ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਗੇ ਅਰਥ ਸ਼ਾਸਤਰੀ ਪ੍ਰੋਫੈਸਰ ਰਣਜੀਤ ਸਿੰਘ ਘੁੰਮਣ ਮੌਜੂਦ ਨੇ। ਗੱਲਬਾਤ ਦਾ ਵਿਸ਼ਾ ਕਿਸਾਨ, ਕਿਸਾਨੀ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਦੇ ਨਾਲ ਜੁੜਿਆ, ਉਹਦੇ ਉੱਤੇ ਅਸੀਂ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਥੈਂਕ ਯੂ ਜੀ ਸੁਖਵਿੰਦਰ ਜੀ, ਥੈਂਕ ਯੂ। ਧੰਨਵਾਦ ਪ੍ਰੋਫੈਸਰ ਸਾਹਿਬ। ਸ਼ੁਰੂਆਤ ਕਾਸ਼ਤ ਕਹਿੰਦੇ ਦੁੱਗਣੀ ਹੋ ਗਈ ਹੈ ਪਿਛਲੀ ਵਾਰ ਦੇ ਨਾਲੋਂ। 50,000 ਏਕੜ ਪਿਛਲੀ ਵਾਰ ਸੀ, ਐਤਕੀ 97,000 ਦੇ ਕਰੀਬ, ਮਤਲਬ 1 ਲੱਖ ਦੇ ਕਰੀਬ ਲੱਗ ਜਗਣੀ ਹੈ। ਦੁੱਗਣੀ ਇਸ ਕਰਕੇ ਕਿਹਾ ਜਾ ਰਿਹਾ। ਦੂਜਾ ਇਹ ਕਿ ਕਿਸਾਨਾਂ ਦੇ ਵਿੱਚ ਇਹਨੂੰ ਲੈ ਕੇ ਹਾਲੇ ਵੀ ਚਿੰਤਾ ਆ ਕਿ ਕੀ ਫਾਇਦਾ ਹੋਣਾ ਇਹਦੇ ਨਾਲ ਜਾਂ ਕੀ ਨੁਕਸਾਨ ਹੋਣਾ। ਪਤਾ ਨਹੀਂ MSP ਮਿਲਣੀ ਕਿ ਨਹੀਂ ਮਿਲਣੀ। ਸਰਕਾਰ ਦੇ ਦਾਅਵਿਆਂ ਤੋਂ ਵੀ ਕਿਸਾਨ ਕਿਤੇ ਨਾ ਕਿਤੇ ਡਰਦੇ ਨੇ। ਇਸ ਨੂੰ ਮਤਲਬ ਕਿ ਕਿਸ ਤਰ੍ਹਾਂ ਬਰਕਰਾਰ ਸਰਕਾਰ। ਦੇਖੋ ਸੁਖਵਿੰਦਰ ਜੀ, ਖੇਤੀ ਦੀ ਲਾਗਤ ਜਿਹੜੀ ਹੈ ਨਾ ਉਹ ਤਾਂ ਹਰ ਸਾਲ ਵਧ ਰਹੀ ਹੈ ਤੇ ਪ੍ਰਤੀ ਏਕੜ ਜਿਹੜੀ ਬਚਤ ਹੈ ਉਹ ਵੱਧ ਤਾਂ ਰਹੀ ਹੈ, ਪਰ ਉਹਦੇ ਵਾਧੇ ਦੀ ਦਰ ਘਟ ਰਹੀ ਹੈ। ਸੋ ਇਸ ਕਰਕੇ ਜਿਹੜਾ ਕਿਸਾਨ ਦਾ ਜਿਹੜਾ ਸਮੁੱਚਾ ਪ੍ਰਤੀ ਏਕੜ ਆਮਦਨ ਹੈ ਉਹ ਪਹਿਲਾਂ ਨਾਲੋਂ ਘਟ ਰਹੀ ਹੈ। ਇਹ ਨਹੀਂ ਕਿ ਪਿਛਲੇ ਸਾਲ ਨਾਲੋਂ ਘਟ ਰਹੀ ਹੈ, ਸਗੋਂ ਉਹਦੇ ਵਿੱਚ ਵਾਧੇ ਦੀ ਦਰ ਘਟ ਰਹੀ ਹੈ ਤੇ ਜਿਹੜੀ ਕਾਸਟ ਹੈ ਉਹਦੇ ਵਾਧੇ ਦੀ ਦਰ ਵੱਧ ਰਹੀ ਹੈ। ਸੋ ਇਸ ਕਰਕੇ ਆਮਦਨ ਜਿਹੜੀ ਹੈ ਕਿਸਾਨਾਂ ਦੀ ਉਹ ਘਟ ਰਹੀ ਹੈ। ਦੂਜਾ, ਖੇਤੀ 'ਚ ਜਿਹੜਾ ਰੁਜ਼ਗਾਰ ਵੀ ਘਟ ਰਿਹਾ ਹੈਗਾ। ਇਸ ਕਰਕੇ ਵੀ ਤੇ ਇਹ ਦੋ ਚੀਜ਼ਾਂ ਬਹੁਤ ਵੱਡੇ ਸੰਕਟ ਵੱਲ ਖੇਤੀ ਨੂੰ ਲਿਜਾਂਦੀਆਂ ਨੇ। ਤੁਸੀਂ ਗੱਲ ਕੀਤੀ ਹੈ ਕਿ MSP ਜਿਹੜੀ ਪੰਜਾਬ ਗੌਰਮੈਂਟ ਨੇ ਹੁਣ ਕਿਹਾ ਕਿ ਅਸੀਂ ਮੂੰਗੀ ਦੀ MSP ਦੇਵਾਂਗੇ। ਮੈਨੂੰ ਲੱਗਦਾ ਕਿ ਆਪਾਂ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਤੇ ਪੂਰਾ ਉਤਰੇਗੀ ਤੇ ਉਹ MSP ਦੇਗੀ। ਜਿਵੇਂ ਪਿਛਲੇ ਸਾਲ ਕੋਈ 7500 ਦੇ ਕਰੀਬ ਪ੍ਰਤੀ ਕੁਇੰਟਲ ਮੂੰਗੀ ਦਾ ਭਾਅ ਸੀਗਾ ਤੇ ਮੈਨੂੰ ਲੱਗਦਾ ਕਿ ਜੇ ਦੇ ਦਿੱਤਾ ਜਾਵੇ ਤੇ ਮੌਸਮ ਦਾ ਅੰਦਾਜ਼ ਠੀਕ ਰਹੇ, ਕੁਦਰਤ ਮਦਦ ਕਰੇ, ਤਾਂ ਕਿਸਾਨ ਨੂੰ ਇਹਦੇ ਜੇ 7500 ਜਾਂ 8000 MSP ਮਿਲ ਜਾਵੇ ਤਾਂ ਸ਼ਾਇਦ ਉਹਦੇ ਕੰਨੋਂ ਕੋੜੇ ਪੂਰੇ ਹੋ ਜਾਣਗੇ। ਜੋ ਉਹਨੂੰ ਝੋਨੇ ਤੋਂ ਕਣਕ ਤੋਂ ਮਿਲਾ ਕੇ ਔਸਤ ਮਿਲਦੀ ਹੈ, ਜਾਂ ਹੁਣ ਆਪਾਂ ਕਹਿੰਦੇ ਕਿ ਝੋਨੇ ਦਾ ਬਦਲ ਹੈ ਮੂੰਗੀ ਜਿਹੜੀ ਹੈ, ਤੇ ਜਿਹੜੀ ਸਾਉਣੀ ਦੀ ਫਸਲ ਹੈ ਝੋਨੇ ਦੀ, ਜਦੋਂ ਝੋਨਾ ਲੱਗਦਾ ਉਦੋਂ ਹੀ ਇਹ ਮੂੰਗੀ ਲੱਗਦੀ ਹੈ ਨਾ। ਤੇ ਇਹਦਾ ਮਤਲਬ ਹੈ ਕਿ ਇਹ ਕਿਸਾਨਾਂ ਨੂੰ ਜੋ ਝੋਨੇ ਤੋਂ ਆਮਦਨ 1 ਏਕੜ 'ਚੋਂ ਹੋਏਗੀ ਉਹ ਮੂੰਗੀ ਤੋਂ ਹੋ ਜਾਏਗੀ। ਅਸਲ ਦੇ ਵਿੱਚ ਜਿਹੜੇ ਪਿਛਲੇ ਕੁਝ ਦਿਨਾਂ 'ਚ ਪੰਜਾਬ ਸਰਕਾਰ ਨੇ ਕੁਝ ਕਦਮ ਚੁੱਕੇ ਨੇ, ਕੁਝ ਅਨਾਉਂਸਮੈਂਟਸ ਕੀਤੀਆਂ ਨੇ, ਉਹਦੇ ਪਿੱਛੇ ਦੇਖਣ ਦੀ ਲੋੜ ਹੈ ਕਿ ਕੀ ਕਾਰਨ ਹੈ, ਕਿਉਂ ਇੱਦਾਂ ਹੋ ਰਿਹਾ, ਕਿਉਂ ਕੀਤਾ ਜਾ ਰਿਹਾ। ਮੈਨੂੰ ਲੱਗਦਾ ਹੈ ਕਿ ਦੋ ਮੁੱਖ ਕਾਰਨ ਨੇ। ਇੱਕ ਤਾਂ ਬਿਜਲੀ ਦਾ ਸੰਕਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਗੰਭੀਰ ਹੈ ਤੇ ਆਉਣ ਵਾਲੇ ਹਰ ਸਾਲ ਪਿਛਲੇ ਸਾਲ ਨਾਲੋਂ ਜ਼ਿਆਦਾ ਗੰਭੀਰ ਹੋ ਰਿਹਾ ਤੇ ਇਸ ਵਾਰੀ ਵੀ ਬਹੁਤ ਗੰਭੀਰ ਹੈ। ਸੋ ਜੇ ਮੂੰਗੀ ਦੀ ਫਸਲ ਜਿੰਨੇ ਏਕੜਾਂ ਤੇ ਬੀਜੀ ਜਾਂਦੀ ਹੈ ਉਹਨੇ ਏਕੜਾਂ ਤੇ ਜਿਹੜਾ ਬਿਜਲੀ ਸਿੰਜਾਈ ਦੀ ਘੱਟ ਲੋੜ ਪਏਗੀ, ਬਿਜਲੀ ਦੀ ਘੱਟ ਲੋੜ ਪਏਗੀ। ਇਸ ਕਰਕੇ ਮੈਨੂੰ ਲੱਗਦਾ ਕਿ ਇੱਕ ਤਾਂ ਇਹ ਕਾਰਨ ਹੈ। ਦੂਜਾ ਕਾਰਨ ਇਹ ਹੈ ਕਿ ਧਰਤੀ ਹੇਠਲਾ ਪਾਣੀ ਜਿਹੜਾ ਉਹ ਲਗਾਤਾਰ ਥੱਲੇ ਜਾ ਰਿਹਾ, ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤੇ ਉਹਦੇ ਕਰਕੇ ਜਿਹੜੀ ਬਿਜਲੀ, ਵੱਡੀਆਂ ਮੋਟਰਾਂ, ਵੱਡੀਆਂ ਹਾਰਸ ਪਾਵਰ ਦੀਆਂ ਮੋਟਰਾਂ ਲੱਗ ਰਹੀਆਂ ਨੇ ਤੇ ਬਿਜਲੀ ਦਾ ਖਰਚਾ ਵੱਧ ਰਿਹਾ ਤੇ ਕਿਸਾਨਾਂ ਦਾ ਜਿਹੜਾ ਬੋਰਿੰਗ ਕਰਾਉਣ ਤੇ ਮੋਟਰਾਂ ਲਾਉਣ ਤੇ ਉਹ ਵੀ ਖਰਚਾ ਵੱਧ ਰਿਹਾ ਹੈ। ਸੋ ਉਹ ਵੀ ਜਿੰਨਾ ਝੋਨੇ ਹੇਠੋਂ ਰਕਬਾ ਘਟੇਗਾ ਉਹਨਾਂ ਪਾਣੀ ਦੀ ਵੀ ਬਚਤ ਹੋਏਗੀ, ਬਿਜਲੀ ਦੀ ਵੀ ਬਚਤ ਹੋਏਗੀ। ਤੇ ਤੀਜਾ ਇਹਨਾਂ ਨੇ ਕਦਮ ਚੁੱਕਿਆ ਹੈ ਕਿ ਅਸੀਂ ਸਾਰੇ ਪੰਜਾਬ 'ਚ ਇੱਕੋ ਦਿਨ ਝੋਨਾ ਲਾਉਣਾ ਜਿਹੜਾ ਉਹ ਅਲਾਓ ਨਹੀਂ ਕਰਨਾ, ਸਗੋਂ ਮਾਲਵੇ 'ਚ ਇੱਕ ਡੇਟ ਨੂੰ ਕਰਨਾ, ਉਸ ਤੋਂ ਬਾਅਦ ਦੁਆਬੇ 'ਚ ਕਰਨਾ, ਫਿਰ ਮਾਝੇ 'ਚ ਕਰਨਾ। ਇਹ ਸਟੈਗਰਡ ਜਿਹੜਾ ਹੈ, ਇਹ ਦੇਖਣ ਨੂੰ ਸਾਰੇ ਕਦਮ ਬਹੁਤ ਵਧੀਆ ਲੱਗਦੇ ਨੇ ਤੇ 1-2 ਦਿਨਾਂ 'ਚ ਪੇਪਰ ਤੋਂ ਵੀ, ਅਖਬਾਰਾਂ 'ਚ ਵੀ ਆ ਰਿਹਾ, ਮੀਡੀਆ 'ਤੇ ਆ ਰਿਹਾ ਕਿ ਮਾਨਸਾ, ਬਠਿੰਡਾ ਤੇ ਮੋਗਾ ਜ਼ਿਲ੍ਹਿਆਂ 'ਚ ਮੂੰਗੀ ਹੇਠ ਰਕਬਾ ਜਿਹੜਾ ਉਹ ਵਧਿਆ। ਇਹ ਮੈਨੂੰ ਲੱਗਦਾ ਕਿ ਸਾਰੇ ਹੀ ਬਹੁਤ ਵਧੀਆ ਕਦਮ ਹੈ ਤੇ ਪਰ ਫੈਸਲਾ ਲੈਣ 'ਚ ਥੋੜ੍ਹੀ ਜਿਹੀ ਜਿਹੜੀ ਹੈ ਉਹ ਦੇਰੀ ਹੋ ਗਈ।
ਕਿਉਂਕਿ ਜੇ ਆਪਾਂ ਮੂੰਗੀ ਦੀ ਫਸਲ ਬੀਜਣ ਤੋਂ ਕਾਫੀ ਪਹਿਲਾਂ ਇਹ ਅਨਾਉਂਸਮੈਂਟ ਕਰ ਦਈਏ ਕਿ ਕਿਸਾਨਾਂ ਨੂੰ ਮੂੰਗੀ ਤੇ ਇਹ ਐਮਐਸਪੀ ਮਿਲੇਗੀ, ਤੇ ਜੇ ਉਹ ਐਮਐਸਪੀ ਨਾਲ ਤੇ ਜੋ ਝਾੜ ਮੂੰਗੀ ਦਾ ਨਿਕਲਦਾ ਹੈ ਉਹਦੇ ਤੋਂ ਤੇ ਜੋ ਖਰਚਾ ਮੂੰਗੀ ਤੇ ਆਉਂਦਾ ਉਹ ਕੱਢ ਕੇ ਜੋ ਬਚਤ ਹੁੰਦੀ ਹੈ, ਜੇ ਉਹ ਝੋਨੇ ਦੇ ਬਰਾਬਰ ਹੁੰਦੀ ਹੈ ਜਾਂ ਉਸ ਤੋਂ ਵੱਧ ਹੁੰਦੀ ਹੈ, ਤਾਂ ਕੋਈ ਕਾਰਨ ਹੀ ਨਹੀਂ ਹੈ ਕਿ ਕਿਸਾਨ ਮੂੰਗੀ ਨਹੀਂ ਲਾਉਣਗੇ। ਇੱਥੇ ਮੈਂ ਇੱਕ ਦੋ ਗੱਲਾਂ ਜਿਹੜੀਆਂ ਨਾ ਤੁਹਾਡੇ ਧਿਆਨ 'ਚ ਲਿਆਉਣੀਆਂ ਚਾਹਾਂਗਾ, ਉਹ ਬਹੁਤ ਇੰਪੋਰਟੈਂਟ ਨੇ। ਉਹ ਹੈ, ਪਿਛਲੇ ਦਿਨੀ ਮੈਂ ਇੱਕ ਪੇਪਰ ਕੀਤਾ ਸੀ ਕਿ ਕੀ ਜਿਹੜੀ ਪੰਜਾਬ ਦੀ ਖੇਤੀ ਹੈ ਜਿਵੇਂ ਚੱਲ ਰਹੀ ਹੈ ਇਹ ਸਸਟੇਨੇਬਲ ਹੈ, ਟਿਕਾਊ ਹੈ। ਇਹ ਜਰਨਲ ਆਫ ਸਿੱਖ ਐਂਡ ਪੰਜਾਬ ਸਟੱਡੀਜ਼, ਸ਼ਾਂਤਾ ਬਰਬਰਾ ਅਮਰੀਕਾ ਤੋਂ ਨਿਕਲਦਾ, ਉਹਦੇ ਵਾਸਤੇ ਕੀਤਾ ਸੀ, ਪਿਛਲੇ ਸਾਲ ਹੀ ਛਪਿਆ ਸੀ, ਕਾਫੀ ਵੱਡਾ ਪੇਪਰ ਹੈ। ਉਹਦੇ ਵਿੱਚ ਜੇ ਤੁਸੀਂ ਦੇਖੋ ਤਾਂ 1960-61 ਦੇ ਵਿੱਚ 6% ਜਿਹੜਾ ਸਾਡਾ ਨੈਟ ਸ਼ੋਨ ਏਰੀਆ ਹੈ ਪੰਜਾਬ ਦਾ, ਜਿੰਨਾ ਅਸੀਂ ਇੱਕ ਫਸਲ ਟੋਟਲ ਫਸਲਾਂ ਥੱਲੇ ਲਿਆਉਂਦੇ ਆ, ਉਹ ਝੋਨੇ ਥੱਲੇ 6% ਸੀ। ਤੇ ਜੇ 70-71 ਦੀ ਗੱਲ ਕਰੀਏ ਤੇ 9.62% ਸੀ। ਪਰ ਉਸ ਤੋਂ ਬਾਅਦ ਲਗਾਤਾਰ ਇਹ ਵੱਧਦਾ ਗਿਆ ਤੇ ਹੁਣ ਇਸ ਵੇਲੇ 75% ਜਿਹੜਾ ਨੈਟ ਸ਼ੋਨ ਏਰੀਆ, ਗ੍ਰੋਸ ਕ੍ਰਾਪ ਏਰੀਆ ਨਹੀਂ, ਨੈਟ ਸ਼ੋਨ ਏਰੀਆ, ਉਹ 75% ਝੋਨੇ ਹੇਠ ਹੈ। ਤੇ ਦਾਲਾਂ ਦੇ ਕੇਸ 'ਚ ਮੈਂ ਬਾਕੀ ਫਸਲਾਂ ਨਹੀਂ ਲੈਂਦਾ ਕਿਉਂਕਿ ਆਪਾਂ ਦਾਲਾਂ ਦੀ ਗੱਲ ਕਰ ਰਹੇ ਹਾਂ ਤੇ ਝੋਨੇ ਦੀ ਗੱਲ ਕਰ ਰਹੇ ਹਾਂ, ਤੇ ਝੋਨਾ ਮੇਨ ਕਲਪਰੇਟ ਵੀ ਹੈ, ਪਾਣੀ ਦਾ ਥੱਲੇ ਜਾਣ ਦਾ ਕਾਰਨ ਵੀ ਹੈ। ਤੇ ਮੈਂ ਇਹ ਕਹਿਣਾ ਕਿ ਜਿਹੜਾ ਟੋਟਲ ਦਾਲਾਂ ਦੇ ਥੱਲੇ ਏਰੀਆ ਸੀ, ਤੁਸੀਂ ਹੈਰਾਨ ਹੋਵੋਗੇ ਕਿ ਉਹ 1960-61 'ਚ ਸਾਡਾ 24% ਨੈਟ ਸ਼ੋਨ ਏਰੀਆ ਜਿਹੜਾ ਉਹ ਸ਼ੁੱਧ ਬੀਜਿਆ ਹੋਇਆ ਰਕਬਾ, ਉਹ 24% ਦਾਲਾਂ ਥੱਲੇ ਸੀ। 1970-71 'ਚ 10% ਸੀਗਾ ਤੇ 1980-81 'ਚ 8.14%। ਉਸ ਤੋਂ ਬਾਅਦ ਇਹ ਲਗਾਤਾਰ ਘਟਣਾ ਸ਼ੁਰੂ ਹੋ ਗਿਆ ਤੇ ਇਸ ਵੇਲੇ 0.24% ਏਰੀਆ ਹੈ ਦਾਲਾਂ ਥੱਲੇ, ਸਮੁੱਚੀਆਂ ਦਾਲਾਂ ਥੱਲੇ। ਮੈਂ ਮੂੰਗੀ ਦੀ ਗੱਲ ਨਹੀਂ ਕਰ ਰਿਹਾ, ਉਹਦੇ 'ਚ ਮਾਂ ਵੀ ਹੈ, ਮੋਠ ਵੀ ਆ, ਛੋਲੇ ਵੀ ਆ, ਕਈ ਸਾਰੀਆਂ ਜਿਹੜੀਆਂ ਦਾਲਾਂ ਨੇ, ਠੀਕ ਹੈ। ਸੋ ਇਹ ਜਿਹੜਾ ਸਿਲਸਿਲਾ ਹੈ ਇਹ ਹੋਇਆ ਕਿਉਂ? ਹੋਇਆ ਇਸ ਲਈ ਕਿ ਅਸੀਂ ਝੋਨੇ ਥੱਲੇ ਰਕਬਾ ਵਧਾਉਂਦੇ ਗਏ, ਕਣਕ ਥੱਲੇ ਰਕਬਾ ਵਧਾਉਂਦੇ ਗਏ, ਤੇ ਉਸ ਦੇ ਕਾਰਨ ਮੈਂ ਕਹਿੰਦਾ ਕਿ ਜੇ ਅੱਜ ਹੁਣ ਇਹ ਕਹਿੰਦੇ ਕਿ ਅਸੀਂ 2 ਲੱਖ ਏਕੜ ਜਾਂ 5 ਲੱਖ ਏਕੜ ਜਾਂ 30,000 ਏਕੜ ਜਿਹੜਾ ਜਾਂ 30 ਲੱਖ ਏਕੜ ਜਿਹੜਾ ਉਹ ਦਾਲਾਂ ਥੱਲੇ ਲਿਆਉਣਾ ਹੈਗਾ, ਤਾਂ ਉਹ ਕਿਸ ਤਰ੍ਹਾਂ ਆਏਗਾ? ਜੇ ਤੁਸੀਂ, ਮੈਂ ਕਹਿੰਦਾ 1960-61 ਤਾਂ ਬਹੁਤ ਪਿੱਛੇ ਹੈ, 70-71 ਦਾ ਡੇਟਾ ਵੀ ਲੈ ਲਓ, ਉਦੋਂ 10% ਸੀ। ਜੇ ਅਸੀਂ 70-71 ਦੇ ਲੈਵਲ ਤੇ ਦਾਲਾਂ ਥੱਲੇ ਰਕਬਾ ਲਿਆਉਣਾ ਹੋਵੇ ਤਾਂ ਇਹਦਾ ਮਤਲਬ ਹੈ ਕਿ 4.12 ਲੱਖ ਹੈਕਟੇਅਰ ਸਾਨੂੰ ਚਾਹੀਦਾ ਹੈ, ਵਿਚ ਮੀਨਸ ਕਿ 10% ਜਾਂ 10 ਲੱਖ ਹੈਕਟੇਅਰ ਥੱਲੇ। ਤੇ ਇਹ ਜਿਹੜਾ ਹੁਣ 30,000 ਜਾਂ 3 ਲੱਖ ਹੈਕਟੇਅਰ ਏਕੜ ਕਹਿ ਰਹੇ ਨੇ, ਉਹ ਥੋੜਾ ਹੈ ਜੇ ਵੀ। ਇਹ ਅੱਛਾ ਕਦਮ ਹੈ, ਸ਼ੁਰੂਆਤ ਕੋਈ ਮਾੜੀ ਨਹੀਂ ਹੈ, ਪਰ ਇੱਥੇ ਮੈਂ ਦੋ ਗੱਲਾਂ ਤੇ ਜਿਹੜਾ ਉਹ ਜ਼ਰੂਰ ਤੁਹਾਡੇ ਧਿਆਨ 'ਚ ਲਿਆਉਣਾ ਚਾਹਾਂਗਾ ਕਿ ਇਹ ਸਾਰੇ ਕਦਮ ਕਿਉਂ ਜਦੋਂ ਝੋਨਾ ਬੀਜਣਾ ਹੁੰਦਾ ਉਦੋਂ ਚੱਕੇ ਜਾਂਦੇ ਨੇ? ਕਿਉਂ ਨਹੀਂ ਸਾਲ ਦੇ ਸ਼ੁਰੂ 'ਚ ਜਾਂ ਫਸਲ ਬੀਜਣ ਦੇ ਸ਼ੁਰੂ 'ਚ ਹੀ ਇਹ ਕਦਮ ਚੁੱਕੇ ਜਾਣ ਤਾਂ ਕਿ ਕਿਸਾਨਾਂ ਨੂੰ ਪਤਾ ਹੋਏ ਕਿ ਸਾਨੂੰ ਇਹ ਮਿਲਣਾ ਹੈ? ਨਾਲ ਮੈਂ ਇਹ ਕਹਾਂਗਾ ਕਿ ਹਿੰਦੁਸਤਾਨ ਦੇ ਪੱਧਰ ਤੇ ਸਰਕਾਰ, ਜਿਹੜੀ ਕੇਂਦਰ ਦੀ ਸਰਕਾਰ ਹੈ, ਉਹ ਐਮਐਸਪੀ ਤੈਅ ਕਰਦੀ ਹੈ ਤੇ ਇਸ ਵੇਲੇ ਦਾਲਾਂ ਤੇ ਤੇਲ ਬੀਜਾਂ ਦੀ ਜਿਹੜੀ ਬੜੀ ਕਿੱਲਤ ਹੈ ਤੇ ਅਸੀਂ ਆਪਣਾ ਜਿਹੜਾ ਵਿਦੇਸ਼ੀ ਮੁਦਰਾ ਹੈ ਉਹ ਖਰਚ ਕਰਦੇ ਹਾਂ, ਔਰ ਸਾਡਾ ਰੁਪਈਆ ਵੀ 77-78 ਜਿਹੜਾ ਰੁਪਈਏ $1 ਪਿੱਛੇ ਹੈ, ਜਿਹੜਾ ਕਿ ਬਹੁਤ ਜ਼ਿਆਦਾ ਉੱਪਰ ਚੜ ਗਿਆ, ਔਰ ਇਹ ਚਿੰਤਾ ਦਾ ਵਿਸ਼ਾ ਹੈ। ਤੇ ਇਹ ਬਹੁਤ ਸਾਰਾ ਸਾਡਾ ਜਿਹੜਾ ਵਿਦੇਸ਼ੀ ਹੈਗਾ ਸਿੱਕਾ, ਉਹ ਦਾਲਾਂ ਤੇ ਤੇਲ ਬੀਜਾਂ ਦੇ ਇੰਪੋਰਟ ਤੇ ਲੱਗਦਾ ਹੈਗਾ, ਤੇਲ ਤੋਂ ਬਾਅਦ। ਸੋ ਮੈਨੂੰ ਲੱਗਦਾ ਕਿ ਇਹ ਹਿੰਦੁਸਤਾਨ ਦੀ ਸਰਕਾਰ ਨੂੰ, ਸੂਬਿਆਂ ਦੀਆਂ ਸਰਕਾਰਾਂ ਨੂੰ ਮਿਲ ਕੇ ਇਹਦੇ ਪਾਸੇ ਸੀਰੀਅਸਲੀ ਸੋਚਣ ਦੀ ਲੋੜ ਹੈ ਤਾਂ ਕਿ ਇਹ ਜਿਹੜਾ ਵੇਲੇ ਸਿਰ ਹੋ ਸਕੇ। ਦੂਜੀ ਗੱਲ ਜਿਹੜੀ ਮੈਂ ਕਰਨੀ ਹੈ ਉਹ ਇਹ ਹੈ ਕਿ ਪਿਛਲੇ ਸਮੇਂ 'ਚ ਵੀ ਓੜ-ਪੋੜ ਹੁੰਦੇ ਗਏ। ਅਸੀਂ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕਰਦੇ ਹਾਂ, ਤੁਸੀਂ ਦੇਖ ਲਓ 15-20 ਸਾਲ ਤੋਂ ਇਹ
ਚੱਲ ਰਿਹਾ ਕਿ ਝੋਨੇ ਦੀ ਕਿਸਾਨਾਂ ਨੂੰ ਰਾਏ ਦਿੱਤੀ ਜਾ ਰਹੀ, ਝੋਨੇ ਦੀ ਸਿੱਧੀ ਬਿਜਾਈ ਕਰੋ, ਝੋਨੇ ਦੀ ਸਿੱਧੀ ਬਿਜਾਈ ਕਰੋ, ਹੋ ਕਿਉਂ ਨਹੀਂ ਰਹੀ? ਇੱਕ ਵੱਡਾ ਕਾਰਨ ਅਸਲ ਦੇ ਵਿੱਚ ਜਿਸ ਕਾਰਨ ਕਰਕੇ ਝੋਨੇ ਦੀ ਸਿੱਧੀ ਬਿਜਾਈ ਦੀ ਗੱਲ ਕੀਤੀ ਜਾ ਰਹੀ ਹੈ ਕਿ ਪਾਣੀ ਦੀ ਬਚਤ ਹੋਏਗੀ, ਬਿਜਲੀ ਦੀ ਬਚਤ ਹੋਏਗੀ, ਉਹ ਕਿਸੇ ਵੀ ਤਰਕ ਸੰਗਤ ਅਧਿਐਨ ਦੇ ਆਧਾਰ ਤੇ ਨਹੀਂ ਹੈ। ਅੱਜ ਤੱਕ ਵੀ ਖੇਤੀਬਾੜੀ ਯੂਨੀਵਰਸਿਟੀ ਜਾਂ ਸਰਕਾਰ ਦੀ ਜਿਹੜਾ ਮਹਿਕਮਾ ਹੈ, ਉਹਨਾਂ ਕੋਈ ਓਵਰ ਦਾ ਪੀਰੀਅਡ ਆਫ ਸਟੱਡੀ ਕਰਕੇ ਇਹ ਨਹੀਂ ਦੱਸਿਆ ਕਿ ਝੋਨਾ ਜੇ ਅਸੀਂ ਸਿੱਧੀ ਬਿਜਾਈ ਕਰਦੇ ਹਾਂ ਤਾਂ ਕਿੰਨਾ ਝਾੜ ਹੋਏਗਾ, ਕਿਸਾਨ ਨੂੰ ਕਿੰਨਾ ਨਫਾ ਨੁਕਸਾਨ ਹੋਏਗਾ, ਜੇ ਅਸੀਂ ਮਤਲਬ ਸਿੱਧੀ ਬਿਜਾਈ ਕਰਦੇ ਹਾਂ ਤਾਂ ਪਾਣੀ ਕਿੰਨਾ ਬਚੇਗਾ, ਤੇ ਕੀ ਝੋਨੇ ਹੇਠ ਜਿਹੜਾ 30 ਲੱਖ ਹੈਕਟੇਅਰ ਰਕਬਾ ਹੈ ਉਹਨੂੰ ਅਸੀਂ ਕੀ ਸਾਰੇ ਤੇ ਸਿੱਧੀ ਬਿਜਾਈ ਕਰ ਸਕਦੇ ਹਾਂ? ਇਹ ਵੱਡੇ ਸਵਾਲ ਨੇ। ਮੈਂ ਸਰਕਾਰ ਨੂੰ ਇਹ ਸਲਾਹ ਦੇਣੀ ਚਾਹਾਂਗਾ ਕਿ ਇਸ ਵਾਰੀ ਤਾਂ ਜੋ ਹੋ ਗਿਆ ਸੋ ਹੋ ਗਿਆ। ਪਿਛਲੀਆਂ ਸਰਕਾਰਾਂ ਵੀ ਓੜ ਪੋੜ ਕਰਕੇ ਤੇ ਪੈਚ ਵਰਕ ਕਰਕੇ ਕੰਮ ਚਲਾਉਂਦੀਆਂ ਰਹੀਆਂ। ਜਦੋਂ ਅੱਗ ਲੱਗੀ ਉਦੋਂ ਬੁਝਾਉਣ ਵੱਲ ਤੁਰ ਪਏ। ਮੈਂ ਕਹਿੰਦਾ ਕਿ ਅੱਗ ਲੱਗਣ ਤੋਂ ਰੋਕਣ ਲਈ ਜਿਹੜੇ ਮਈਅਰ ਲਓ, ਉਪਾਅ ਲਓ, ਉਹ ਹੈ ਕਿ ਤੁਸੀਂ ਹੁਣੇ ਐਗਰੀਕਲਚਰ ਯੂਨੀਵਰਸਿਟੀ ਨੂੰ ਇੱਕ ਦਿਓ ਪੈਸੇ ਰਿਸਰਚ ਵਾਸਤੇ, ਤੇ ਨਾਲ ਉਹਨਾਂ ਨੂੰ ਕਹੋ ਕਿ ਭਾਈ ਸਾਨੂੰ ਅਗਲੇ 1-2 ਸੀਜ਼ਨਾਂ ਵਿੱਚ ਸਾਰੀ ਇਕਨੋਮਿਕਸ ਇਹਦੀ ਕੱਢ ਕੇ ਦਿਓ ਕਿ A to Z ਕਿਸਾਨ ਨੂੰ ਇਹਦਾ ਕੀ ਫਾਇਦਾ ਹੈ, ਬਿਜਲੀ ਕਿੰਨੀ ਬਚਦੀ ਹੈ, ਪਾਣੀ ਕਿੰਨਾ ਬਚਦਾ ਹੈ, ਤਾਂ ਕਿ ਇਸ ਨੂੰ ਤੱਥਾਂ ਦੇ ਆਧਾਰ ਤੇ ਸਾਇੰਟੀਫਿਕ ਵੇ ਨਾਲ ਕਿਸਾਨਾਂ ਨੂੰ ਜਿਹੜਾ ਉਹ ਮਤਲਬ ਔਨ ਬੋਰਡ ਲਿਆਂਦਾ ਜਾਵੇ ਕਿ ਭਾਈ ਤੁਹਾਨੂੰ ਇਹਦੇ ਵਿੱਚ ਕੋਈ ਨੁਕਸਾਨ ਨਹੀਂ। ਜੇ ਤੁਹਾਨੂੰ ਨੁਕਸਾਨ ਨਹੀਂ, ਤੁਹਾਨੂੰ ਫਾਇਦਾ ਹੈ, ਸਰਕਾਰ ਨੂੰ ਫਾਇਦਾ ਹੈ, ਤੇ ਫਿਰ ਤੇ ਵਿਨ ਵਿਨ ਗੇਮ ਹੈ। ਜਿਹੜਾ ਵੈਲਫੇਅਰ ਇਕਨੋਮਿਕਸ ਹੈ ਨਾ, ਉਹਦੇ ਵਿੱਚ ਇਹ ਕਹਿੰਦੇ ਆ ਕਿ ਜੇ ਇੱਕ ਵੀ ਬੰਦੇ ਨੂੰ ਕਿਸੇ ਪਾਲਿਸੀ ਦਾ ਨੁਕਸਾਨ ਨਹੀਂ ਹੁੰਦਾ, ਜੇ ਇੱਕ ਵੀ ਬੰਦੇ ਨੂੰ ਕਿਸੇ ਪਾਲਿਸੀ ਚੇਂਜ ਦਾ ਫਾਇਦਾ ਹੁੰਦਾ ਤੇ ਕਿਸੇ ਹੋਰ ਨੂੰ ਨੁਕਸਾਨ ਨਹੀਂ ਹੁੰਦਾ, ਤਾਂ ਵਿਨ ਵਿਨ ਗੇਮ। ਸੋ ਮੈਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਕਨਵਿੰਸ ਕਰਾ ਕੇ ਅਵੇਅਰਨੈਸ ਲਿਆ ਕੇ ਕਰਨਾ ਪਏਗਾ। ਬਿਜਲੀ ਦੀ ਸਮੱਸਿਆ ਵੀ ਬੜੀ ਗੰਭੀਰ ਹੈ, ਪਾਣੀ ਦਾ ਲੈਵਲ ਪੱਧਰ ਜਾਣਾ ਵੀ ਬੜਾ ਗੰਭੀਰ ਹੈ, ਕਿਉਂਕਿ ਇਸ ਜੇ 54 ਬਲਾਕ ਸਾਡੇ 1984 ਵਿੱਚ ਜਿਹੜੇ ਆ ਡਾਰਕ ਜ਼ੋਨ ਸੀ, ਤੇ ਹੁਣ 109 ਬਲਾਕ ਸਾਡੇ ਡਾਰਕ ਜ਼ੋਨ। ਇਹਦਾ ਮਤਲਬ ਡਾਰਕ ਜ਼ੋਨ ਦਾ ਮਤਲਬ ਹੈ ਕਿ ਜਿੰਨਾ ਪਾਣੀ ਅਸੀਂ ਰੀਚਾਰਜ ਹੋ ਰਿਹਾ ਉਸ ਤੋਂ ਜ਼ਿਆਦਾ ਅਸੀਂ ਕੱਢ ਰਹੇ ਹਾਂ। ਹੁਣ 160% ਹੈ ਪੰਜਾਬ ਦੀ ਐਵਰੇਜ, ਕਿ 60% ਜ਼ਿਆਦਾ ਪਾਣੀ ਅਸੀਂ ਰੀਚਾਰਜ ਨਾਲੋਂ ਜ਼ਿਆਦਾ ਕੱਢ ਰਹੇ ਹਾਂ। ਸੋ ਇਹ ਕੁਝ ਨੁਕਤੇ ਨੇ, ਤੇ ਮੈਨੂੰ ਲੱਗਦਾ ਕਿ ਇਹ ਸਰਕਾਰ ਤੋਂ ਤਵੱਕੁ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਬਜਾਏ ਇਸ ਦੇ ਕਿ ਸਿੱਧੇ ਹੁਕਮ ਚਾੜਨ ਦੀ ਬਜਾਏ ਜਾਂ ਇਸ ਤਰ੍ਹਾਂ ਫੈਸਲੇ ਲੈਣ ਦੀ ਬਜਾਏ, ਇੱਕ ਜਿਹੜੀ PAU ਤੁਹਾਡੇ ਕੋਲ ਇੰਨੀ ਵੱਡੀ ਸੰਸਥਾ ਹੈ, ਉਹਦੇ ਤੋਂ ਬਕਾਇਦਾ ਸਟੱਡੀ ਕਰਵਾ ਕੇ ਤੇ ਸਾਰੇ ਸਟੇਕ ਹੋਲਡਰਸ ਨੂੰ ਔਨ ਬੋਰਡ ਲਿਆ ਕੇ ਕਨਵਿੰਸ ਕਰਾ ਕੇ ਇਹ ਕਦਮ ਚੁੱਕਣ ਦੀ ਲੋੜ ਹੈ। ਲੋੜ ਜ਼ਰੂਰ ਹੈਗੀ ਹੈ, ਇਹਦੇ ਵਿੱਚ ਕੋਈ ਸ਼ੱਕ ਜਿਹੜਾ ਉਹ ਨਹੀਂ ਹੈ। ਦੂਜਾ ਜਿਹੜਾ ਹੈ ਕਿ ਜਿਹੜਾ ਸਾਡੇ ਕੋਲੇ ਨਹਿਰੀ ਸਿੰਚਾਈ ਦੇ ਅੰਡਰ ਤੇ ਟਿਊਬਵੈਲ ਦੀ ਸਿੰਚਾਈ ਦੇ ਅੰਦਰ, ਇਹਦੇ ਜਦੋਂ ਦੀ ਬਿਜਲੀ ਫਰੀ ਕੀਤੀ ਹੈ, ਇਹਦੇ ਅੰਡਰ ਵੀ ਏਰੀਆ ਘਟਿਆ ਹੈ ਨਹਿਰੀ ਸਿੰਚਾਈ ਦੇ ਅੰਡਰ। ਦੇਖੋ 1996-97 ਦੇ ਵਿੱਚ ਸਾਡੇ ਕੋਲੇ 1620,000 ਹੈਕਟੇਅਰ ਜਿਹੜਾ ਏਰੀਆ ਹੈ ਉਹ ਨਹਿਰੀ ਸਿੰਚਾਈ ਦੇ ਅੰਡਰ ਸੀ, ਜਿਹੜਾ ਕਿ ਉਸ ਵੇਲੇ ਦਾ 40% ਬਣਦਾ ਸੀ, ਤੇ ਇਸ ਵੇਲੇ ਜਿਹੜਾ ਉਹ 1169,000 ਹੈਕਟੇਅਰ ਹੈ। ਇਹ ਜਿਹੜਾ 5,000 ਹੈਕਟੇਅਰ ਘਟਿਆ ਹੈ, ਇਹ ਕਿਉਂ ਘਟਿਆ? ਕਿਹੜੇ ਕਾਰਨ ਨੇ? ਕਿ ਕੀ ਨਹਿਰਾਂ 'ਚ ਪਾਣੀ ਘੱਟ ਆ ਰਿਹਾ, ਜਾਂ ਹੁਣ ਖਾਲੇ ਪੂਰੇ ਗਏ, ਜਾਂ ਇਹ ਕੋਈ ਕੀ ਪ੍ਰਬੰਧਕੀ ਕੋਈ ਕਾਰਨ ਨੇ, ਜਾਂ ਕੀ ਕਾਰਨ ਨੇ? ਇੱਕ ਤਾਂ ਇਹਦੇ ਅੰਡਰ ਜਿਹੜਾ ਏਰੀਆ ਵਧਾਉਣ ਦੀ ਲੋੜ ਹੈ ਨਹਿਰਾਂ ਦੇ ਅੰਦਰ। ਦੂਜਾ ਹੈ ਕਿ ਇਸ ਵੇਲੇ ਸਾਡਾ ਕੋਈ 28% ਏਰੀਆ ਨਹਿਰਾਂ ਥੱਲੇ ਹੈ, ਜਦੋਂ ਕਿ ਟਿਊਬਵੈਲਾਂ ਥੱਲੇ 71% ਹੈ। ਇਹਦੇ ਉਲਟ 1996-97 'ਚ ਇਹ 60% ਸੀ ਟਿਊਬਵੈਲਾਂ ਥੱਲੇ, ਤੇ ਟਿਊਬਵੈਲਾਂ ਦੀ ਗਿਣਤੀ ਵੀ ਸਾਡੀ ਬਹੁਤ ਜ਼ਿਆਦਾ ਵੱਧ ਗਈ ਹੈ। ਸੋ ਇਹ ਜਿਹੜੀ ਕਿ 1970-71 'ਚ 1.92 ਲੱਖ ਸੀ, ਤੇ ਹੁਣ 14.76 ਲੱਖ ਹੋ ਗਈ ਹੈ। ਸੋ ਇਹ ਏਰੀਆ ਸਿੱਧੀ ਜਿਹੜੀ ਹੈ ਨਾ, ਇਹ ਹੈ ਕਿ ਖਾਸ ਕਰਕੇ ਜਿਹੜਾ ਝੋਨੇ ਦੇ ਅੰਡਰ ਏਰੀਆ ਵਧਿਆ ਹੈ, ਉਹਦੇ ਕਾਰਨ ਟਿਊਬਵੈਲਾਂ ਦੀ ਗਿਣਤੀ ਵਧੀ ਹੈ। ਔਰ ਰਾਤ ਜਿਹੜਾ ਜਦੋਂ ਸੀਜ਼ਨ ਹੁੰਦਾ 8 ਘੰਟੇ ਬਿਜਲੀ ਦਿੰਦੀ ਜੇ 4 ਘੰਟੇ, ਤਾਂ ਕਾਫੀ ਮੋਟਰਾਂ ਜਿਹੜੀਆਂ ਉਹਨਾਂ ਨੂੰ ਉਹ ਚੱਲਦਾ ਰੱਖਣਾ ਪੈਂਦਾ, ਤਾਂ ਕਿ
ਸਿੰਜਾਈ ਦੀ ਲੋੜ ਪੂਰੀ ਹੋ ਸਕੇ ਜੀ। ਇਹਦੇ ਵਿੱਚ ਜਿਹੜਾ ਇੱਕ ਮੈਂ ਹੋਰ ਗੱਲ ਜਿਹੜੀ ਸ਼ੇਅਰ ਕਰਨੀ ਚਾਹਾਂਗਾ ਉਹ ਹੈ ਕਿ ਸਾਡਾ ਜਿਹੜਾ ਝੋਨੇ 'ਚ ਪਾਣੀ ਅਸੀਂ ਕੰਜ਼ਿਊਮ ਵੀ ਬਹੁਤ ਕਰਦੇ ਹਾਂ। ਜੀ। ਜਿਹੜੀ ਕੌਮੀ ਔਸਤ ਹੈ ਉਹ ਹੈਗੀ ਆ 3875 ਲੀਟਰ ਪ੍ਰਤੀ ਕਿਲੋ ਚਾਵਲ, ਤੇ ਅਸੀਂ ਕਰਦੇ ਹਾਂ 5337 ਲੀਟਰ। ਬਹੁਤ ਜ਼ਿਆਦਾ ਫਰਕ ਹੈ, ਤੇ ਇਸ ਕਰਕੇ ਸਾਡਾ ਜਿਹੜਾ ਪਾਣੀ ਦੀ ਲਾਗਤ ਹੈ, ਪਾਣੀ ਦੀ ਖਰਚ ਵਰਤੋਂ ਹੈ, ਉਹ ਬਹੁਤ ਜ਼ਿਆਦਾ ਹੋ ਰਹੀ ਹੈ। ਤੇ ਅਸੀਂ ਇਨਫੈਕਟ ਜਿਹੜਾ ਜਦੋਂ ਚਾਵਲ ਬਾਹਰ ਭੇਜਦੇ ਹਾਂ, ਝੋਨਾ ਬਾਹਰ ਭੇਜਦੇ ਹਾਂ ਦੂਜੀਆਂ ਸਟੇਟਾਂ ਕੋਲ, ਤੇ ਅਸੀਂ ਚਾਵਲ ਦੇ ਰੂਪ 'ਚ ਧਰਤੀ ਹੇਠਲਾ ਪਾਣੀ ਭੇਜ ਰਹੇ ਹਾਂ। ਕਿਉਂਕਿ ਮੈਂ ਅੰਕੜੇ ਕੱਢੇ ਸੀ ਕਿ ਜੇ ਰਾਈਸ ਜਿਹੜਾ ਚਾਵਲ ਹੈ ਇਹਦੀ ਸੈਂਟਰਲ ਪੂਲ ਨੂੰ ਜੋ ਕੰਟਰੀਬਿਊਸ਼ਨ ਹੈ ਸਾਡੀ, ਉਸ ਤੇ 1980-81 'ਚ ਸਾਡਾ ਜਿਹੜਾ 13,449 ਬਿਲੀਅਨ ਲੀਟਰ, ਬਿਲੀਅਨ 1 ਬਿਲੀਅਨ 'ਚ 100 ਕਰੋੜ ਹੁੰਦਾ ਹੈ, ਬਿਲੀਅਨ ਲੀਟਰ 13,449 ਬਿਲੀਅਨ ਲੀਟਰ ਪਾਣੀ ਲੱਗਦਾ ਸੀਗਾ। ਇਸ ਵੇਲੇ 63,626 ਬਿਲੀਅਨ ਲੀਟਰ ਪਾਣੀ ਜਿਹੜਾ ਹੈ ਉਹ ਅਸੀਂ ਇਸ ਕਰਕੇ ਧਰਤੀ ਹੇਠਲਾ ਵਰਤ ਰਹੇ ਹਾਂ ਕਿ ਅਸੀਂ ਕਣਕ ਜਿਹੜੇ ਦੂਜੇ ਸੂਬਿਆਂ ਨੂੰ ਜਾਂ ਦੇਸ਼ ਦੀ ਲੋੜ ਜਿਹੜੀ ਹੈ ਉਹ ਚਾਵਲਾਂ ਦੀ ਪੂਰੀ ਕਰਨੀ ਹੈ। ਸੋ ਇਸ ਤੋਂ ਤੁਸੀਂ ਇਹ ਹਿਸਾਬ ਲਾ ਲਓ ਕਿ ਅਸੀਂ ਕਰ ਕੀ ਰਹੇ ਹਾਂ, ਅਸੀਂ ਧਰਤੀ ਹੇਠਲਾ ਪਾਣੀ ਜਿਹੜਾ ਉਹ ਬਾਹਰ ਭੇਜ ਰਹੇ ਹਾਂ। ਔਰ ਇਸ ਕਰਕੇ ਸਾਡੀ ਜਿਹੜੀ ਹੈ ਪਾਣੀ ਦੀ ਇਸ ਵੇਲੇ ਉਪਲਬਧਤਾ ਹੈ ਉਹ ਪਿਛਲੇ ਤਕਰੀਬਨ 35-40 ਸਾਲਾਂ ਦੇ ਮੁਕਾਬਲੇ ਬਹੁਤ ਘਟ ਗਈ ਹੈ। 1984 ਦੇ ਵਿੱਚ 2.44 ਮਿਲੀਅਨ ਏਕੜ ਫੀਟ ਪਾਣੀ ਸਾਡੇ ਕੋਲ ਗਰਾਊਂਡ ਵਾਟਰ ਦੀ ਅਵੇਲੇਬਿਲਿਟੀ ਸੀ ਇਰੀਗੇਸ਼ਨ ਵਾਸਤੇ। ਹੁਣ ਇਸ ਵੇਲੇ -11.81 ਮਿਲੀਅਨ ਏਕੜ ਫੀਟ ਹੈ। ਸੋ ਇਹਦਾ ਮਤਲਬ ਕਿ ਉੱਥੇ ਵੀ ਅਸੀਂ ਘਾਟੇ ਦਾ ਸੌਦਾ ਜਿਹੜਾ ਉਹ ਕਰ ਰਹੇ ਹਾਂ। ਤੇ ਨਾਲ ਹੀ ਸਾਡੀਆਂ ਜਿਹੜੀਆਂ ਮੋਟਰਾਂ ਦੀ ਹਾਰਸ ਪਾਵਰ ਹੈ ਉਹ ਵੱਧ ਰਹੀ ਹੈ। ਸੋ ਮੈਨੂੰ ਲੱਗਦਾ ਕਿ ਇਹਦੇ ਬਾਰੇ ਪੁਖਤਾ ਖੇਤੀ ਨੀਤੀ ਚਾਹੀਦੀ ਹੈ, ਕ੍ਰੌਪ ਨੀਤੀ ਚਾਹੀਦੀ ਹੈ, ਵਾਟਰ ਨੀਤੀ ਚਾਹੀਦੀ ਹੈ, ਤਾਂ ਕਿ ਅਸੀਂ ਇਹ ਸਾਰਾ ਜਿਹੜਾ ਸਿਲਸਿਲਾ ਇਹਨੂੰ ਠੀਕ ਕਰ ਲਈਏ। ਤੇ ਇਸ ਵਾਰੀ ਵੀ ਦੇਖਣਾ ਹੋਏਗਾ ਕਿ ਇਹ ਜਿਹੜੇ ਕਦਮ ਚੁੱਕੇ ਨੇ ਕਿ ਬਿਨਾਂ ਕੱਦੂ ਕਰਨ ਤੋਂ ਝੋਨਾ ਲਾਉਣ ਦਾ ਜਿਹੜਾ 1500 ਰੁਪਏ ਸਿੱਧੀ ਬਿਜਾਈ ਲਈ ਉਤਸ਼ਾਹ ਦੇਣਾ, ਇਹ ਠੀਕ ਹੈ, ਮੈਂ ਇਹਨੂੰ ਠੀਕ ਕਦਮ ਮੰਨਦਾ, ਕੋਈ ਗਲਤ ਨਹੀਂ। ਜੇ ਇਹ ਕਾਮਯਾਬ ਹੋ ਜੇ ਤਾਂ ਇਹਦੇ ਨਾਲ, ਪਰ ਇਹਦੇ ਨਫਾ ਨੁਕਸਾਨ ਕੀ ਹੈ ਸਿੱਧਾ ਤੇ ਜੇ ਉਹ ਨਫਾ ਹੈ ਤਾਂ ਕਿਸਾਨ ਜ਼ਰੂਰ ਲਾਣਗੇ। ਜੋ ਅਜੇ ਤੱਕ ਮੇਰੇ ਕੋਲੇ ਜਾਣਕਾਰੀ ਹੈ ਉਹਦੇ ਵਿੱਚ ਇਹ ਹੈ ਕਿ ਪਾਣੀ ਦੀ ਕੋਈ ਖਾਸ ਬਚਤ ਨਹੀਂ ਹੁੰਦੀ, ਨਦੀਨ ਵੀ ਕਾਫੀ ਹੋ ਜਾਂਦਾ, ਔਰ ਇਹਦੇ ਵਿੱਚ ਪਾਣੀ ਜਿਹੜਾ ਕੱਦੂ ਕਰਕੇ ਲਾਉਂਦੇ ਉਹਦੇ 'ਚ 1 ਮਹੀਨਾ ਪਾਣੀ ਖੜਾ ਰੱਖਣਾ ਪੈਂਦਾ, ਪਰ ਇਹਦੇ ਵਿੱਚ ਤਾਂ ਵਾਰ-ਵਾਰ ਪਾਣੀ ਜਿਹੜਾ ਉਹ ਦੇਣਾ ਪੈਂਦਾ। ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਕੱਦੂ ਕਰਕੇ ਝੋਨਾ ਤੁਸੀਂ ਲਾ ਦਿੱਤਾ ਤੇ ਫਿਰ ਤਾਂ ਕਈ ਪੌਣੇ ਘੰਟੇ 'ਚ 1 ਘੰਟੇ 'ਚ ਕਿੱਲਾ ਤੁਹਾਡਾ ਨਾ ਮੋਟਰ ਨਾਲ ਭਰ ਜਾਂਦਾ। ਅਦਰਵਾਈਜ਼ ਜਿਹੜਾ ਦੂਜਾ ਸਿੱਧੇ ਬਿਜਾਈ ਵਾਲਾ ਉਹ 7-8 ਘੰਟੇ ਮੋਟਰ ਚਲਾਉਣੀ ਪੈਂਦੀ ਹੈ ਭਰਨ ਵਾਸਤੇ। ਸੋ ਇਹ ਜਿਹੜਾ ਇਹ ਵੀ ਵੇਖਣ ਦੀ ਲੋੜ ਹੈ ਕਿ ਕੀ ਜਿਸ ਮਕਸਦ ਨਾਲ ਅਸੀਂ ਸਿੱਧੀ ਬਿਜਾਈ ਦਾ ਕਰ ਰਹੇ ਹਾਂ ਕੀ ਉਹ ਮਕਸਦ ਪੂਰਾ ਹੋ ਰਿਹਾ, ਕਿ ਬਿਜਲੀ ਬਚ ਰਹੀ ਹੈ, ਕੀ ਪਾਣੀ ਬਚ ਰਿਹਾ ਕਿ ਨਹੀਂ ਬਚ ਰਿਹਾ। ਸੋ ਇਹ ਇਸੇ ਤਰ੍ਹਾਂ ਸਟੈਗਰਡ ਵਾਲਾ ਮੈਂ ਇਹ ਕੁਝ ਲੋਕ ਇਹ ਕਹਿੰਦੇ ਨੇ, ਈਵਨ PAU ਦੇ ਸਾਇੰਟਿਸਟ ਵੀ ਇੱਕ ਦੋ ਮੈਂ ਕਹਿੰਦੇ ਸੁਣੇ ਨੇ, ਈਵਨ ਜਿਹੜਾ ਵਾਟਰ ਡਿਵੈਲਪਮੈਂਟ ਅਥਾਰਟੀ ਦਾ ਮੈਂਬਰ ਹੈ ਪੰਜਾਬ ਦਾ ਡਾਕਟਰ ਕੂਕਲ, ਉਹਨੇ ਵੀ ਕਿਹਾ ਕਿ ਇਹ ਇੰਨੀ ਸਿੱਧੀ ਗੱਲ ਨਹੀਂ ਹੈ ਕਿ ਤੁਸੀਂ ਕਹਿ ਦਿਓ ਕਿ ਇੰਨਾ ਪਾਣੀ ਬਚਦਾ, ਇੰਨੀ ਬਿਜਲੀ ਬਚਦੀ, ਇੰਨਾ ਸਿੱਧਾ ਨਹੀਂ ਹੈ, ਇੰਨਾ ਸੌਖਾ ਵੀ ਨਹੀਂ ਹੈ। ਸੋ ਮੈਨੂੰ ਲੱਗਦਾ ਕਿ ਉਹ ਚੀਜ਼ਾਂ ਨੂੰ ਧਿਆਨ 'ਚ ਰੱਖਣ ਦੀ ਲੋੜ ਹੈ। ਪਰ ਫਿਰ ਮੈਂ ਕਹਾਂਗਾ ਕਿ ਇਹ ਕਰਨ ਦੀ ਜ਼ਰੂਰ ਲੋੜ ਹੈ, ਪਰ ਕਰਿਆ ਇਸ ਤਰੀਕੇ ਨਾਲ ਜਾਏ ਕਿ ਇਹਨੂੰ ਕੋਈ ਫਿਰ ਝੁਠਲਾ ਨਾ ਸਕੇ, ਇਹ ਕਿਸੇ ਸਾਇੰਟੀਫਿਕ ਸਟੱਡੀ ਦੇ ਆਧਾਰਿਤ ਹੋਵੇ। ਤੇ ਉਹਦੇ ਵਾਸਤੇ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਹੈ ਉਹ ਸਭ ਤੋਂ ਯੋਗ ਸੰਸਥਾ ਹੈ ਜਿਹੜੀ ਇਹ ਕਰ ਸਕਦੀ ਹੈ। ਜੀ, ਸਿੱਧੀ ਬਿਜਾਈ ਦੇ ਵਿੱਚ ਮੈਂ ਸੋਚਦਾ ਸੀ, ਤੁਸੀਂ ਵਧੀਆ ਕੀਤਾ ਕਿ ਨਾਲੋਂ ਨਾਲ ਦੱਸ ਦਿੱਤਾ। ਮੈਂ ਇਸੇ ਕਰਕੇ ਟੋਕਿਆ ਨਹੀਂ ਤਾਂ ਕਿ ਦਰਸ਼ਕਾਂ ਤੱਕ ਵੀ ਜਿਹੜੀ ਹੈ ਸਵਾਲ ਦੀ ਤਹਿ ਤੱਕ ਜਾ ਕੇ ਪੂਰੀ ਜਾਣਕਾਰੀ ਪਹੁੰਚੇ। ਤੁਸੀਂ ਵੀ ਸੁਣੋ, ਮੈਂ ਵੀ ਇਸ ਚੀਜ਼ ਨੂੰ ਸਮਝਾਂ ਕਿ ਆਖਿਰਕਾਰ ਮਸਲਾ ਕੀ ਹੈ। ਮੇਰਾ ਧਿਆਨ ਹੁਣ ਨਾੜ ਉੱਤੇ ਆਇਆ ਪ੍ਰੋਫੈਸਰ ਸਾਹਿਬ ਕਿ ਨਾੜ ਨੂੰ ਅੱਗ ਲਾ ਦਿੰਦੇ ਨੇ, ਇਹ ਕਿਸਾਨ ਆਪਣੀ ਮਜਬੂਰੀ ਦੱਸਦੇ ਨੇ, ਸਰਕਾਰ ਕਹਿੰਦੀ ਹੈ ਪ੍ਰਦੂਸ਼ਣ ਹੁੰਦਾ।
ਕੱਲ ਇੱਕ ਹਾਦਸਾ ਵਾਪਰਿਆ, ਇੱਕ ਬੱਚੀ ਦੀ ਮੌਤ ਹੋ ਗਈ ਉਹਦੇ ਨਾਲ, ਜਾਂ ਬਹੁਤ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਪਿੱਛੇ ਜੇ ਬੱਚਿਆਂ ਦਾ ਸਕੂਲ ਵੈਨ ਜਿਹੜੀ ਉਹ ਪਲਟ ਗਈ ਸੀਗੀ, ਉਹ ਝੁਲਸ ਕੇ, ਇਸ ਤਰ੍ਹਾਂ ਦੀਆਂ ਘਟਨਾਵਾਂ ਹਾਦਸੇ ਬਹੁਤ ਹੁੰਦੇ ਨੇ। ਪਰ ਨਾ ਤਾਂ ਮੁਕੰਮਲ ਹੱਲ ਇਹਦਾ ਸਰਕਾਰ ਕੋਈ ਦਿੰਦੀ ਹੈ, ਨਾ ਇਹਦਾ ਮੁਕੰਮਲ ਹੱਲ ਕਿਸਾਨਾਂ ਦੇ ਕੋਲ ਹੈ। ਇਸ ਕਰਕੇ ਮਸਲਾ ਵਿੱਚ ਵਿਚਾਲੇ ਲਟਕਿਆ ਕਿ ਇਹਦੇ ਉੱਤੇ ਵੀ ਕੋਈ ਪੁਖਤਾ, ਜਿਵੇਂ ਤੁਸੀਂ ਕਿਹਾ ਕਿ ਸਿੱਧੀ ਬਿਜਾਈ ਨੂੰ ਲੈ ਕੇ ਪ੍ਰਚਾਰ ਹੋਣਾ ਚਾਹੀਦਾ। ਸਾਰੇ ਇਹੀ ਚਾਹੁੰਦੇ ਨੇ ਕਿ ਜਿਵੇਂ ਘਰ ਘਰ ਜਿਹੜੇ ਝੰਡੇ ਲੱਗ ਗਏ ਸੀ ਆਮ ਆਦਮੀ ਪਾਰਟੀ ਦੇ, ਤਾਂ ਝੰਡੇ ਲਾਉਂਦੀਆਂ ਇੱਕ ਮੌਕਾ ਕੇਜਰੀਵਾਲ ਨੂੰ, ਜਾਂ ਬਾਕੀ ਕਹਿੰਦੇ ਨੇ ਕਿ ਸਾਨੂੰ ਇੱਕ ਮੌਕਾ ਦਿਓ, ਉਹ ਸਾਰੇ ਪ੍ਰਚਾਰ ਕਰਦੇ ਨੇ। ਇਦਾਂ ਦਾ ਪ੍ਰਚਾਰ ਪਿੰਡਾਂ ਵਿੱਚ ਵੀ ਹੋਣਾ ਚਾਹੀਦਾ, ਲੱਗ ਜਾਣੇ ਚਾਹੀਦੇ ਲੋਕਾਂ ਦੇ ਬੈਨਰ ਘਰ ਘਰ ਤੇ ਮੋੜ ਮੋੜ ਤੇ, ਆਪਣੇ ਵਰਕਰਾਂ ਨੂੰ ਉੱਥੇ ਭੇਜਣ, ਦੱਸਣ ਵੀ ਆਹ ਫਾਇਦਾ ਇਹਦਾ, ਇਹਦੇ ਨਾਲ ਇਹ ਫਾਇਦਾ ਤੇ ਆਹ ਨੁਕਸਾਨ ਹੈ। ਦੇਖੋ ਇਦਾਂ ਹੈ ਕਿ ਪ੍ਰਚਾਰ ਤਾਂ ਪੁਖਤਾ ਹੁੰਦਾ ਹੈ ਜੇ ਉਹਦਾ ਕੋਈ ਆਧਾਰ ਹੋਵੇ। ਜੇ ਤਾਂ 86 ਰੋਟੀਆਂ ਸਿੱਕਣ ਲਈ ਪ੍ਰਚਾਰ ਕਰਨਾ, ਉਹ ਇੱਕ ਵੱਖਰੀ ਗੱਲ ਹੈ। ਇਸ ਵੇਲੇ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਪੁਖਤਾ ਸਟੱਡੀ ਕਿਸੇ ਵਕਾਰੀ ਸੰਸਥਾ ਵੱਲੋਂ ਨਹੀਂ ਹੈ, ਜਿਨ੍ਹਾਂ ਨੇ ਫੀਲਡ ਵਰਕ ਕਰਕੇ ਕੁਝ ਸਾਲ ਇਹ ਸਿੱਟੇ ਕੱਢੇ ਹੋਣ ਕਿ ਸਿੱਧੀ ਬਿਜਾਈ ਜਿਹੜੀ ਹੈ ਉਹ ਕਿੱਥੇ ਕਰਨੀ ਚਾਹੀਦੀ ਹੈ, ਕਦੋਂ ਤੇ ਕਿੱਦਾਂ ਕਰਨੀ ਚਾਹੀਦੀ ਹੈ। ਉਹ ਬਹੁਤ ਟੈਕਨੀਕਲ ਕੰਮ ਹੈ ਤੇ ਉਹਦੇ ਵਾਸਤੇ ਸਾਡੇ ਕੋਲ ਐਕਸਟੈਂਸ਼ਨ ਸਰਵਿਸਿਜ਼ ਚਾਹੀਦੀਆਂ ਨੇ। ਐਕਸਟੈਂਸ਼ਨ ਸਰਵਿਸਿਜ਼ ਦਾ ਮਤਲਬ ਹੁੰਦਾ ਕਿ ਜੋ ਤੁਸੀਂ ਤਕਨੀਕ ਤਿਆਰ ਕੀਤੀ ਹੈ ਉਹ ਕਿਸਾਨਾਂ ਤੱਕ ਕਿਵੇਂ ਪਹੁੰਚਾਉਣੀ ਹੈ। PAU 'ਚ ਨਾ ਤਾਂ ਰਿਸਰਚ ਵਾਸਤੇ ਪੈਸਾ ਹੈ, ਐਕਸਟੈਂਸ਼ਨ ਸਰਵਿਸਿਜ਼ ਆਲਮੋਸਟ ਉਹਨਾਂ ਦੀਆਂ ਜਿਹੜੀਆਂ ਨੇ ਬਹੁਤ ਥੱਲੇ ਚੱਲ ਗਈਆਂ ਨੇ। ਖੇਤੀ ਮਹਿਕਮਾ ਜਿਹੜਾ ਗੌਰਮੈਂਟ ਦਾ, ਉਹਦੇ ਕੋਲ ਵਰਕਰ ਨਹੀਂ ਹੈਗੇ ਐਕਸਟੈਂਸ਼ਨ ਸਰਵਿਸਿਜ਼ ਲਈ। ਤਾਂ ਇਹ ਕਿਵੇਂ ਹੋਏਗਾ? ਪ੍ਰਚਾਰ ਦਾ ਆਧਾਰ ਕੀ ਹੋਵੇ? ਪ੍ਰਚਾਰ ਤਾਂ ਹੀ ਸਾਇੰਟੀਫਿਕ ਹੋਏਗਾ ਨਾ ਜੇ ਕਿਸਾਨ ਜਿਹੜੇ ਨਾ ਬਹੁਤ ਮਤਲਬ ਸਿਆਣੇ ਕੌਮ ਹੈ। ਸਿਆਣੇ ਦਾ ਸੈਂਸ ਕਿ ਉਹਨਾਂ ਨੂੰ ਆਪਣਾ ਨਫਾ ਨੁਕਸਾਨ ਪਤਾ ਹੈ। ਜੇ ਉਹਨਾਂ ਨੂੰ ਇਹ ਲੱਗ ਜਾਏ ਕਿ ਸਿੱਧੇ ਬਿਜਾਈ ਤੋਂ ਉਹਨਾਂ ਦਾ ਪਾਣੀ ਬਚਦਾ ਹੈ, ਸਰਕਾਰ ਦੀ ਬਿਜਲੀ ਬਚਦੀ ਹੈ, ਤੇ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਜਿੰਨੀ ਆਮਦਨ ਕੱਦੂ ਕਰਕੇ ਝੋਨੇ ਤੋਂ ਕੱਢਣੀ ਉਨੀ ਉਹਨਾਂ ਨੂੰ ਹੋ ਜਾਂਦੀ ਹੈ, ਤਾਂ ਉਹ ਕਰ ਲੈਣਗੇ। ਪਰ ਅਜੇ ਤੱਕ ਸਾਡੇ ਕੋਲੇ ਕੋਈ ਪੁਖਤਾ ਸਾਇੰਟੀਫਿਕ ਸਟੱਡੀ ਦੇ ਬੇਸ ਤੇ ਆਧਾਰ ਨਹੀਂ ਹੈ। ਮੈਂ ਇਹ ਕਹਿੰਦਾ ਕਿ ਪ੍ਰਚਾਰ ਕਰਨ ਤੋਂ ਪਹਿਲਾਂ ਇੱਕ ਅੱਧਾ ਸਾਲ ਇਹ ਲਾ ਕੇ ਸਾਰਾ ਪੰਜਾਬ ਦਾ ਜਿੰਨਾ ਵੀ, ਚਲੋ ਇਸ ਵਾਰੀ ਲਾ ਲਓ ਕਿ ਸਿੱਧੇ ਬਿਜਾਈ ਪੰਜਾਬ 'ਚ ਹੋ ਰਹੀ ਹੈ, ਲੈਟਸ ਸੇ ਕਿ 10,000 ਹੈਕਟੇਅਰ 'ਚ ਹੋ ਜਾਂਦੀ ਹੈ ਜਾਂ 1 ਲੱਖ ਏਕੜ 'ਚ ਹੋ ਜਾਂਦੀ ਹੈ। ਉਹ ਸਾਰੇ ਦੇ ਸੈਂਪਲ ਡੇਟਾ ਲੈ ਕੇ ਰੀਜਨ ਵਾਈਜ਼ ਜਿਹੜਾ ਐਗਰੋ ਕਲਾਈਮੇਟਿਕ ਜ਼ੋਨ ਹੈ ਉਹਨਾਂ ਦੇ ਬੇਸ ਤੇ PAU ਨੂੰ ਇੱਕ ਕਮਿਸ਼ਨ ਕੀਤਾ ਜਾਵੇ ਪ੍ਰੋਜੈਕਟ ਕਿ ਤੁਸੀਂ ਭਾਈ ਦੱਸੋ ਕਿ ਇੱਕ ਉਹਨੇ ਖੇਤ ਜਿਹੜੇ ਆ ਸਿੱਧੀ ਬਿਜਾਈ ਵਾਲਾ ਲੈ ਕੇ ਉਸ ਅਲੱਗ-ਅਲੱਗ ਖੇਤਰਾਂ 'ਚੋਂ, ਤੇ ਉਹਨੇ ਖੇਤ ਜਿਹੜੇ ਆ ਕੱਦੂ ਵਾਲੀ ਬਿਜਾਈ 'ਚੋਂ ਲੈ ਕੇ ਉਹਦਾ ਇੱਕ ਸਾਇੰਟੀਫਿਕ ਐਨਾਲਿਸਿਸ ਸਾਨੂੰ ਦੱਸੋ ਕਿ ਉਹਦੇ 'ਚ ਕਿਸਾਨ ਦੀ ਡੀਜ਼ਲ ਕਿੰਨਾ ਬਚਦਾ ਹੈ, ਬਿਜਲੀ ਕਿੰਨੀ ਬਚਦੀ ਹੈ, ਪਾਣੀ ਦੀ ਕਿੰਨੀ ਬਚਤ ਹੈ, ਝਾੜ ਕੀ ਨਿਕਲਦਾ ਹੈ। ਉਹ ਸਾਰਾ ਕੁਝ ਜਿਹੜਾ ਨਾ ਉਹ ਇੱਕ ਬਲੈਕ ਐਂਡ ਵਾਈਟ, ਜਿਹੜਾ ਵਾਈਟ ਪੇਪਰ ਸਾਇੰਟੀਫਿਕ ਤਿਆਰ ਕੀਤਾ ਜਾਵੇ ਤੇ ਫਿਰ ਉਸ ਦੇ ਬੇਸਿਸ ਤੇ ਪ੍ਰਚਾਰ ਕੀਤਾ ਜਾਵੇ। ਠੀਕ ਹੈ, ਐਦਾਂ ਨਹੀਂ ਹੈ ਕੋਈ ਮੈਂ ਨਹੀਂ ਇੱਦਾਂ ਮੰਨਦਾ ਕਿ ਇਹਦੇ ਨਾਲ ਕੋਈ ਬੜਾ ਫਾਇਦਾ ਹੋਣਾ। ਜੇ ਸਿੱਧੇ ਬਿਜਾਈ ਇੰਨੀ ਯੂਜ਼ਫੁਲ ਹੁੰਦੀ ਤਾਂ ਜਿਹੜਾ ਪੰਜਾਬ ਦਾ ਖੇਤੀ ਮਹਿਕਮਾ ਹੈ ਔਰ ਹਰ ਜ਼ਿਲ੍ਹੇ 'ਚ ਖੇਤੀਬਾੜੀ ਮੁੱਖ ਖੇਤੀਬਾੜੀ ਅਫਸਰ ਸਾਰਾ ਤਾਣਾ ਬਾਣਾ ਹੈ ਔਰ PAU ਵੀ ਕਹਿੰਦੀ ਹੈ, ਤਾਂ ਫਿਰ ਇਹ ਹੋਈ ਕਿਉਂ ਨਹੀਂ? ਐਕਚੁਅਲੀ ਇਹ ਸਵਾਲ ਸਟੱਡੀ ਕਰਨ ਦੀ ਲੋੜ ਹੈ ਕਿ ਇੰਨਿਆਂ ਬਾਵਜੂਦ ਕੋਸ਼ਿਸ਼ਾਂ ਦੇ ਵੀ ਸਿੱਧੀ ਬਿਜਾਈ ਕਿਉਂ ਨਹੀਂ ਕਿਸਾਨ ਕਰ ਰਹੇ। ਇਹ ਇੱਕ ਬਹੁਤ ਵੱਡਾ ਮਸਲਾ ਹੈ। ਇਸ ਲਈ ਇਸੇ ਤਰ੍ਹਾਂ ਜਿਹੜੀ ਸਟੈਗਰਡ ਹੈ ਇਹਦੇ ਬਾਰੇ ਵਿੱਚ ਕੋਈ ਸਟੱਡੀ ਨਹੀਂ ਹੈ ਪਰਾਲੀ ਵਾਲੇ ਕਿ ਨਾ, ਮਤਲਬ ਸਟੈਗਰਡ ਨਹੀਂ, ਜਿਹੜਾ ਕਿ ਵਕਫਾ ਦੇ ਕੇ ਬੀਜਣਾ ਕਿ ਮਾਲਵੇ 'ਚ ਇਸ ਤਰੀਕ ਨੂੰ ਹੋਏਗੀ, ਦੁਆਬੇ 'ਚ ਇਸ ਤਰੀਕ ਨੂੰ, ਮਾਝੇ 'ਚ। ਇਹ ਮਾਲਵਾ ਮਾਝਾ ਦੁਆਬਾ ਐਗਰੋ ਕਲਾਈਮੇਟਿਕ ਜ਼ੋਨ ਨਹੀਂ ਹੈ, ਸੱਭਿਆਚਾਰਕ ਜ਼ੋਨ ਨੇ। ਐਗਰੋ ਕਲਾਈਮੇਟਿਕ ਜ਼ੋਨ ਦੇ ਬੇਸ ਤੇ ਸਾਇੰਟੀਫਿਕਲੀ ਇਹ ਕਿਹਾ ਜਾਵੇ ਕਿ ਇੱਦਾਂ ਦਾ ਹੋਏਗਾ, ਤੇ ਨਾਲ ਇਹ ਕਿਹਾ ਜਾਏ ਕਿ ਝਾੜ 'ਚ ਕੋਈ ਫਰਕ ਨਹੀਂ ਪਏਗਾ। ਇਹਦੇ ਨਾਲ ਦੋ ਗੱਲਾਂ ਹੋ ਜਾਣਗੀਆਂ, ਇੱਕ ਤਾਂ ਬਿਜਲੀ ਦੀ ਕਿੱਲਤ ਜਿਹੜੀ ਹੈ ਉਹਦਾ ਵੀ ਹੱਲ ਹੋ ਜਾਏਗਾ, ਇੱਕ ਇਹ ਹੈ ਕਿ ਜਿਹੜੀ ਲੇਬਰ ਹੈਲਥ ਸ਼ਾਰਟੇਜ ਹੈ ਇੱਕਦਮ ਪੈਂਦੀ, ਉਹ ਵੀ ਨਹੀਂ ਹੋਏਗੀ। ਸੋ ਇਹ ਹੱਲ ਤਾਂ ਠੀਕ ਹੈ, ਪਰ ਐਦਾਂ ਨਹੀਂ ਨਾ ਵੀ ਕਿਉਂ ਇੱਦਾਂ ਕੀਤੀ ਜਾਵੇ, ਕਿਉਂ ਸਟੈਗਰਡ? ਕਿਸਾਨ ਮੰਨ ਨਹੀਂ ਰਹੇ, ਕਿਸਾਨ ਤਾਂ ਨਾ ਸਿੱਧੀ ਬਿਜਾਈ ਲਈ ਮੰਨ ਰਹੇ ਨੇ ਤੇ ਨਾ ਹੀ ਆਪਣਾ ਮੰਨ ਰਹੇ ਨੇ ਸਟੈਗਰਡ ਵਕਫਾ ਪਾ ਕੇ ਅਲੱਗ-ਅਲੱਗ
ਮਾਝਾ ਦੁਆਬਾ ਮਾਲਵਾ 'ਚ ਜਿਹੜੀ ਹੈ ਡੇਟ ਇੱਕ ਝੋਨੇ ਦੀ ਬਿਜਾਈ ਦੀ, ਉਹਦੇ ਲਈ ਨਹੀਂ ਮੰਨ ਰਹੇ। ਕਿਉਂ ਨਹੀਂ ਮੰਨ ਰਹੇ? ਇਹ ਤਾਂ ਮੰਨਣਗੇ ਜੇ ਤੁਸੀਂ ਕੋਈ ਸਾਇੰਟੀਫਿਕ ਸਟੱਡੀ ਕਰਾਓਗੇ। ਦੂਸਰਾ, ਇਸ ਅਗਲੇ ਸਾਲਾਂ 'ਚ ਬਿਜਲੀ ਦੇ ਹਰ ਸਾਲ ਪਤਾ ਹੈ ਕਿ 7, 8, 10% ਜਿਹੜੀ ਹੈ ਉਹ ਗਰਮੀਆਂ 'ਚ ਡਿਮਾਂਡ ਵੱਧਦੀ ਹੈ, ਅਤੇ ਝੋਨੇ ਦੇ ਸੀਜ਼ਨ 'ਚ ਖਾਸ ਕਰਕੇ ਜਿਹੜਾ 10 ਜੂਨ ਤੋਂ ਲੈ ਕੇ 15-20 ਜੁਲਾਈ ਤੱਕ ਬਹੁਤ ਪੀਕ 'ਤੇ ਹੁੰਦੀ ਹੈ। ਉਹ ਡਿਮਾਂਡ ਕਿਵੇਂ ਪੂਰੀ ਕਰਨੀ ਹੈ, ਉਸ ਨੂੰ ਇਨਸ਼ੋਰ ਕਰਨਾ ਪਏਗਾ, ਅਤੇ ਨਾਲ ਹੀ ਜਿਹੜਾ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਹੈ ਉਹਦੇ ਬਾਰੇ ਸੋਚਣਾ ਪਏਗਾ। ਅਦਰਵਾਈਜ਼ ਜਿਹੜੀ ਤੁਸੀਂ ਨਾੜ ਦੀ ਗੱਲ ਕੀਤੀ ਹੈ, ਦੇਖੋ ਇਹ ਨਹੀਂ ਹੈ ਕਿ ਇਹਦਾ ਕੋਈ ਹੱਲ ਨਹੀਂ ਹੈ, ਇਹਦੇ ਹੱਲ ਬਹੁਤ ਸਾਰੇ ਬੜੇ ਵਿਕਲਪ ਨੇ ਇਹਦੇ। ਕਿਸਾਨ ਆਪਣੇ ਤਾਂ ਠੀਕ ਹੈ ਕਿ ਜੇ ਉਹ ਇੱਕ ਤੀਲੀ ਲਾ ਕੇ ਉਹਨਾਂ ਦਾ ਕੰਮ ਸਰਦਾ ਹੈ ਮੁਫਤ ਵਿੱਚ, ਤਾਂ ਕਿਉਂ ਨਾ ਕਰਨ। ਦੂਜੇ ਪਾਸੇ ਉਹ ਕਿਉਂ 2000 3000 ਇਸ ਕੰਮ ਲਈ ਖਰਚਣ ਕਿ ਪਰਾਲੀ ਨੂੰ ਬਾਹਰ ਕਢਾਉਣਾ ਹੈ ਜਾਂ ਪਰਾਲੀ ਨੂੰ ਵਿੱਚੇ ਲਾਉਣਾ ਹੈ, ਵਿੱਚੇ ਵਾਹੁਣਾ ਹੈਗਾ। ਉਹਨੂੰ ਕਹਿੰਦੇ ਇਨ ਸੀਟੂ ਇਨਕਾਰਪੋਰੇਸ਼ਨ, ਜਾਂ ਈਵਨ ਜਿਹੜਾ ਕਣਕ ਦਾ ਨਾੜ ਉਹ ਵਿੱਚੇ ਵਾਹੁਣਾ ਹੈਗਾ, ਉਹਨੂੰ ਵੀ ਇਨ ਸੀਟੂ ਇਨਕਾਰਪੋਰੇਸ਼ਨ ਕਹਿੰਦੇ। ਇਹ ਸਮੱਸਿਆ ਜਿਹੜੀ ਹੈ ਮਸ਼ੀਨਰੀ ਨੇ ਕ੍ਰੀਏਟ ਕੀਤੀ। ਅੱਜ ਤੋਂ 30-35 ਸਾਲ 25-30 ਸਾਲ ਪਹਿਲਾਂ ਇਹ ਪ੍ਰੋਬਲਮ ਨਹੀਂ ਸੀ। ਜਦੋਂ ਜਿਵੇਂ ਜ਼ਿਆਦਾ ਮਸ਼ੀਨੀਕਰਨ ਹੋਇਆ ਉਹਨੇ, ਤੇ ਮਸ਼ੀਨਾਂ ਨਾਲ ਹੀ ਅਸੀਂ ਹੱਲ ਕਰਨੀ ਚਾਹੁੰਦੇ ਹਾਂ। 3 ਕੁ ਸਾਲ ਪਹਿਲਾਂ ਕੇਂਦਰ ਸਰਕਾਰ ਨੇ 1157 ਕਰੋੜ ਦਾ ਪੈਕੇਜ ਵੀ ਦਿੱਤਾ ਸੀ। ਇਹ ਜਿਹੜੀ ਫਰਟੀਲਾਈਜ਼ਰ ਲੌਬੀ ਹੈ ਤੇ ਮਸ਼ੀਨਰੀ ਲੌਬੀ ਹੈ, ਉਹ ਨਹੀਂ ਹੋਣ ਦੇਣ ਜਾ ਰਹੀ ਭਾਈ। ਹੱਲ ਹੈਗੇ ਨੇ, ਹੱਲ ਹੈਗੇ ਆ ਕਿ CNG ਬਾਇਓ CNG ਜਿਹੜੀ ਦੀ ਤਿਆਰ ਕੀਤੀ ਜਾਵੇ। ਤੁਸੀਂ ਕਿਸੇ ਵੇਲੇ ਵੇਖਿਓ ਭਵਾਨੀਗੜ੍ਹ ਵਾਲੇ ਪਾਸੇ ਸੰਗਰੂਰ 'ਚ ਇੱਕ ਜਰਮਨ ਫਰਮ ਨੇ ਪਰਾਲੀ ਤੋਂ ਜਾਂ ਇਹ ਨਾੜ ਤੋਂ ਤਿਆਰ ਕਰਨ ਵਾਲਾ ਇੱਕ ਬਾਇਓ CNG ਵਾਲਾ ਪਲਾਂਟ ਲਾਇਆ। ਮੈਨੂੰ ਪਤਾ ਨਹੀਂ ਕਿ ਹੁਣ ਚਾਲੂ ਹੋ ਗਿਆ ਜਾਂ ਨਹੀਂ, ਉਹ 20 ਏਕੜ 'ਚ ਹੈ। ਅਤੇ ਜੇ ਉਸ ਤਰ੍ਹਾਂ ਦੇ ਪਲਾਂਟ ਲੱਗਣ, ਬਾਇਓ CNG ਵੀ ਤਿਆਰ ਹੋਵੇ, ਉਹਦੇ ਨਾਲ ਤੇਲ ਦੀ ਡਿਮਾਂਡ ਵੀ ਘੱਟ ਜਾਂਦੀ ਹੈ, ਅਤੇ ਨਾਲ ਤੁਹਾਡੀ ਜਿਹੜੀ ਹੈ ਬਾਇਓ ਮਨਿਓਰ ਹੈ। ਬਾਇਓ ਮਨਿਓਰ ਨੂੰ ਐਗਰੀਕਲਚਰ ਯੂਨੀਵਰਸਿਟੀ ਨੇ ਪਾਸ ਕੀਤਾ ਹੋਇਆ। ਇਹ ਬਾਇਓ ਮਨਿਓਰ ਨਾਲ ਤੁਹਾਡੀ ਜਿਹੜੀ ਹੈ ਜਿਹੜੀ ਕੈਮੀਕਲ ਫਰਟੀਲਾਈਜ਼ਰ ਦੀ ਡਿਮਾਂਡ ਘਟਦੀ ਹੈ, ਅਤੇ ਜਿਹੜੀ ਬਾਇਓ ਮਨਿਓਰ ਨਾਲ ਤੁਹਾਡੀ ਇਨ ਸੀਟੂ ਇਨਕਾਰਪੋਰੇਸ਼ਨ ਲਈ ਜਿਹੜਾ ਕਿਸਾਨ ਦਾ ਖਰਚਾ ਅਤੇ ਮਸ਼ੀਨਾਂ ਦੀ ਲੋੜ ਹੈ ਉਹ ਘਟਦੀ ਹੈ। ਸੋ ਮੈਨੂੰ ਲੱਗਦਾ ਕਿ ਇਹ ਇਸ ਕਿਸਮ ਦੇ ਹੋਰ ਵੀ ਵਿਕਲਪ ਹੋਣਗੇ ਜਿਹੜੇ ਕਿ ਹੋ ਸਕਦੇ ਆ, ਅਤੇ ਇਸ ਕਰਕੇ ਸਾਇੰਟੀਫਿਕ ਕਮਿਊਨਿਟੀ ਨੂੰ ਵੀ, ਜਿਹੜੀ ਐਗਰੀਕਲਚਰ ਸਾਇੰਟਿਸਟ ਨੇ ਉਹਨਾਂ ਨੂੰ ਵੀ, ਸਰਕਾਰ ਦੀ ਬਿਊਰੋਕ੍ਰੇਸੀ ਨੂੰ ਅਤੇ ਪੋਲੀਟੀਸ਼ੀਅਨਸ ਨੂੰ ਇਹ ਕੰਮ ਕਰਨਾ ਪਏਗਾ ਕਿ ਇਕੱਲਾ ਇਸ 'ਤੇ ਨਾ ਜ਼ੋਰ ਦੇਣ ਕਿ ਇਹਨੂੰ ਖੇਤ ਵਿੱਚ ਹੀ ਵਾਓ। ਇਹ ਵੀ ਵੇਖਣ ਕਿ ਹੋਰ ਕੀ ਵਿਕਲਪ ਹੈ। ਜੇ ਤੁਹਾਡਾ ਬਾਇਓ CNG ਵਾਲਾ ਕਾਮਯਾਬ ਹੋ ਜਾਂਦਾ ਹੈ ਜਾਂ ਇਸ ਤਰ੍ਹਾਂ ਦੇ ਵਿਕਲਪ ਕਾਮਯਾਬ ਹੋ ਜਾਂਦੇ ਹਨ, ਅਤੇ ਉਹਦੇ ਨਾਲ ਨਾ ਕੇਵਲ ਰੁਜ਼ਗਾਰ ਦੇ ਮੌਕੇ ਸਾਡੇ ਯੂਥ ਨੂੰ ਮਿਲਣਗੇ, ਸਗੋਂ ਜਿਹੜੀ ਗੌਰਮੈਂਟ ਹੈ ਉਹਨੂੰ GST ਦੇ ਰੂਪ 'ਚ ਆਮਦਨ ਵੀ ਆਏਗੀ। ਦੇਖੋ ਨਾ, ਇੱਕ ਪਾਸੇ ਤਾਂ 2 ਫਾਇਦੇ ਹੋ ਰਹੇ ਨੇ। ਤੀਜਾ ਫਾਇਦਾ ਹੈ ਕਿ ਤੁਹਾਡਾ ਇਨਵਾਇਰਨਮੈਂਟ ਜਿਹੜਾ ਉਹ ਬਚਦਾ ਹੈਗਾ, ਕਿ ਐਵੇਂ ਦਿੱਲੀ ਵਾਲੇ ਸਾਨੂੰ ਪ੍ਰਚਾਰ ਕਰਦੇ ਕਿ ਪੰਜਾਬ ਦਾ ਧੂੰਆਂ ਆਉਂਦਾ, ਹਰਿਆਣੇ ਦਾ ਧੂੰਆਂ ਉੱਥੇ ਪਹਿਲਾਂ ਪਹੁੰਚਦਾ ਹੋਊ, ਯੂਪੀ ਦਾ ਧੂੰਆਂ ਪਹਿਲਾਂ ਪਹੁੰਚਦਾ ਹੋਊ, ਉੱਤਰਾਖੰਡ ਦਾ ਪਹਿਲਾਂ ਪਹੁੰਚਦਾ ਹੋਊ। ਸਾਡੇ ਧੂੰਏ 'ਤੇ ਬੜੀ ਉਹਨਾਂ ਨੂੰ ਤਕਲੀਫ ਹੁੰਦੀ ਹੈ। ਇਹ ਨਹੀਂ ਦੇਖਦੇ ਕਿ ਉਹਨਾਂ ਦਾ ਧੂੰਆਂ ਜਿਹੜਾ ਉੱਥੇ ਕਿੰਨਾ ਹੈ। ਉੱਥੇ ਪੋਲਿਊਸ਼ਨ ਸਭ ਤੋਂ ਜ਼ਿਆਦਾ। ਜਦੋਂ ਨਹੀਂ ਵੀ ਨਾੜ ਜਾਂ ਮੈਂ ਨਹੀਂ ਕਹਿੰਦਾ ਕਿ ਨਾੜ ਜਾਂ ਪਰਾਲੀ ਸਾੜਨੀ ਚਾਹੀਦੀ ਹੈ, ਮੈਂ ਇਸ ਦੇ ਹੱਕ 'ਚ ਨਹੀਂ, ਸਾੜਨ ਦੇ ਹੱਕ 'ਚ ਨਹੀਂ। ਅਤੇ ਮੈਨੂੰ ਇਹ ਵੀ ਦੁੱਖ ਹੋ ਰਿਹਾ ਕਿ ਇਸ ਵਾਰੀ ਜਿਹੜਾ ਬਟਾਲੇ ਵਾਲੇ ਪਾਸੇ ਇੱਕ ਬੱਸ ਹਾਦਸੇ 'ਚ ਬੱਚਿਆਂ ਦੇ ਕਾਫੀ ਨੁਕਸਾਨ ਹੋਇਆ। ਇੱਕ ਬੱਚੀ ਆ ਡੇਰਾ ਬੱਸੀ ਵਾਲੇ ਪਾਸੇ ਜਿਹੜੀ ਹੈ ਉਹ ਅੱਗ ਕਰਕੇ ਝੁਲਸ ਕੇ ਵਿਚਾਰੀ ਜਾਨ ਦੇ ਗਈ ਹੈ। ਇਹ ਬਹੁਤ ਦੁਖਦਾਈ ਘਟਨਾਵਾਂ ਨੇ, ਅਤੇ ਵੈਸੇ ਵੀ ਇਹਨਾਂ ਦਾ ਜਿਹੜਾ ਹੈਲਥ ਬਰਡਨ ਹੈ ਇਹਨਾਂ ਦਾ ਬਹੁਤ ਹੁੰਦਾ। ਇਹ ਹੌਲੀ ਹੌਲੀ ਮਿੱਠੇ ਜ਼ਹਿਰ ਦੀ ਤਰ੍ਹਾਂ ਤੁਹਾਡੀ ਬਾਡੀ 'ਚ ਐਂਟਰ ਕਰਦੇ ਨੇ, ਵਾਤਾਵਰਨ ਖਰਾਬ ਕਰਦੇ ਨੇ, ਨਹੀਂ ਹੋਣੇ ਚਾਹੀਦੇ। ਪਰ ਜੋ ਸਰਕਾਰ ਕਹਿ ਰਹੀ ਹੈ ਕਿ ਮਸ਼ੀਨਾਂ ਨਾਲ ਹੀ ਹੱਲ ਕਰਨਾ ਹੈ, ਉਹ ਵੀ ਹੱਲ ਉਹਦੇ ਨਾਲ ਜਿਹੜਾ ਹੈ ਦੂਸਰੇ ਹੱਲਾਂ ਵਿਕਲਪਾਂ ਬਾਰੇ ਵੀ ਸੋਚਣ ਦੀ ਲੋੜ ਹੈ, ਤਾਂ ਕਿ ਇਹ ਤੁਸੀਂ ਇੱਕ ਪਾਸੇ ਇਸ ਮਸ਼ੀਨਰੀ 'ਤੇ ਤੁਸੀਂ ਲਾਇਸੈਂਸ ਦਿਓ, ਪ੍ਰਾਈਵੇਟ ਇਨਵੈਸਟਮੈਂਟ ਵੀ ਆਏਗੀ। ਮੈਂ ਕਹਿੰਦਾ 100 ਦੇ ਕਰੀਬ ਭਾਵੇਂ ਬਾਇਓ CNG ਪਲਾਂਟ ਜਿਹੜੇ ਆ ਲਾ ਲਓ। ਜੇ ਇਹ ਤਜਰਬਾ ਕਾਮਯਾਬ ਹੈ ਜਰਮਨ ਵਾਲੇ ਦਾ, ਅਤੇ ਇਹਨੂੰ ਅੱਗੇ ਇੱਕ ਬੈਸਟ ਪ੍ਰੈਕਟਿਸ ਲੈ ਕੇ ਅੱਗੇ ਚਲਾਓ, ਸੋ ਤਾਂ ਜਾ ਕੇ ਇਹ ਜਿਹੜਾ ਮਸਲਾ ਜਿਹੜਾ ਹੱਲ ਹੋਣ ਦੀ ਲੋੜ ਹੈ, ਹੱਲ ਹੋਣਾ। ਅਤੇ ਮੈਨੂੰ ਲੱਗਦਾ ਇਹ ਹੱਲ ਕਰਨਾ ਵੀ ਚਾਹੀਦਾ ਹੈ। ਹੁਣ ਸਮਾਂ ਆ ਗਿਆ ਕਿ ਇਸ ਤੋਂ ਬਿਨਾਂ ਚੱਲਣਾ ਨਹੀਂ ਹੈ। ਗ੍ਰੀਨ ਟ੍ਰਿਬਿਊਨਲ ਵੀ, ਔਰ ਇਸ ਵਾਰੀ ਵੀ ਤੁਸੀਂ ਦੇਖ ਲਓ ਅੱਗਾਂ ਕਿੰਨੀਆਂ ਲੱਗੀਆਂ ਨੇ, ਨਹੀਂ ਰੋਕ ਸਕੇ ਨਾ। ਇਹਦਾ ਮਤਲਬ ਕਿ ਕਿਤੇ ਨਾ ਕਿਤੇ ਗੈਪ ਹੈ ਜਿਹੜਾ ਪੂਰਾ ਕਰਨ ਦੀ ਲੋੜ ਹੈ। ਕਿਸਾਨਾਂ ਨੂੰ ਵੀ ਔਨ ਬੋਰਡ ਲਿਆਉਣਾ ਪਏਗਾ, ਅਤੇ ਨਾਲ ਹੀ ਜੇ ਆਪਾਂ ਚਾਹੁੰਦੇ ਹਾਂ ਕਿ ਅੱਗਾਂ ਨਾ ਲੱਗਣ,
ਤੇ ਕਿਸਾਨ ਤਾਂ ਕਹਿੰਦੇ ਸਾਨੂੰ ਜਾਂ ਤਾਂ MSP ਥੋੜੀ ਵਧਾ ਦਿਓ, ਜਾਂ ਉਹ ਪ੍ਰਤੀ ਕੁਇੰਟਲ ਜੋ ਪਰਾਲੀ ਉਹ ਚੁਕਵਾ ਦਿਓ ਸਾਡੀ। ਤੇ ਇਹ ਜਿਹੜੇ ਮੈਂ ਵਿਕਲਪ ਦੇ ਰਿਹਾ ਹੈਗਾ, ਜਾਂ ਮੈਂ ਨਹੀਂ ਦੇ ਰਿਹਾ, ਜਿਹੜਾ ਬਾਇਓ CNG ਵਾਲਾ, ਮੈਨੂੰ ਲੱਗਦਾ ਕਿ ਇਹ ਜੇ ਕਾਮਯਾਬ ਹੁੰਦਾ ਹੈ ਤਾਂ ਇਹਦੇ ਨਾਲ ਕਿਸਾਨਾਂ ਦੀ ਵੀ ਆਮਦਨ ਜਿਹੜੀ ਹੈ ਉਹ, ਤੇ ਕਿਸਾਨਾਂ ਦਾ ਕਿਸਾਨ ਕ੍ਰਿਟਿਸਿਜ਼ਮ ਤੋਂ ਵੀ ਬਚ ਜਾਣਗੇ। ਕਿਸਾਨਾਂ ਨੂੰ ਰਾਦਰ ਉਹ ਮੈਂ ਕਹਿੰਦਾ ਉਹ ਪਰਾਲੀ ਚੁੱਕਣ ਦੇ 1000 ਰੁਪਇਆ ਵੀ ਦੇ ਦਿੰਦੇ ਨੇ ਕਿੱਲੇ ਦਾ, ਹੈ, ਜਾਂ 2000 ਵੀ ਦੇ ਦਿੰਦੇ, ਤੇ ਕਿਸਾਨਾਂ ਨੂੰ ਕੀ ਪ੍ਰੋਬਲਮ ਹੈ? ਉਹ ਕਹਿਣਗੇ ਲਿਆਓ 2000 ਦਿਓ, ਚੱਕ ਕੇ ਲੈ ਜਾਓ ਜਿੱਥੇ ਲਿਜਾਣੀ ਹੈ ਨਾ। ਤੇ ਜੇ ਕਿਸਾਨਾਂ ਕੋਲੋਂ ਚੁਕਾਉਣੀ ਹੈ ਤਾਂ ਫਿਰ ਉਹ 3000 ਰੁਪਇਆ ਦੇ ਦੇਣ, ਤਾਂ ਕਿ ਕਿਸਾਨ ਆਪਣੇ ਮਸ਼ੀਨਾਂ ਜਿੱਥੇ ਕਹਿਣਗੇ ਉੱਥੇ ਪਹੁੰਚਾਉਣਗੇ। ਔਰ ਇਹ ਜਿਹੜਾ ਤਾਂ ਹੋਏਗਾ ਜੇ ਪੰਜਾਬ, ਸਾਰੇ ਪੰਜਾਬ ਦੇ ਵਿੱਚ, ਖਾਸ ਕਰਕੇ ਸੈਂਟਰਲ ਪੰਜਾਬ ਜਿੱਥੇ ਝੋਨਾ ਕਰਕੇ ਬਹੁਤ ਸਮੱਸਿਆਵਾਂ ਆ ਰਹੀਆਂ ਨੇ, ਬਿਜਲੀ ਦਾ ਖਰਚਾ ਵੱਧਦਾ ਹੈ, ਪਾਣੀ ਦਾ ਪੱਧਰ ਨੀਚਾ ਜਾ ਰਿਹਾ, ਪੋਲਿਊਸ਼ਨ ਹੋ ਰਿਹਾ, এনवायरमेंट, ਉਹਨੂੰ ਰੋਕਣ ਲਈ ਇਹ ਕਦਮ ਚੁੱਕਣੇ ਪੈਣਗੇ। ਨਹੀਂ ਤਾਂ ਇਕੱਲਾ ਬਿਆਨਾਂ ਨਾਲ ਗੱਲ ਨਹੀਂ ਬਣਨੀ। 1500 ਰੁਪਏ ਦਾ ਇਨਸੈਂਟਿਵ ਵਧੀਆ ਹੈ, MSP ਦਾ ਇਨਸੈਂਟਿਵ ਵਧੀਆ, ਇਕੱਲਾ ਬਿਆਨ ਨਹੀਂ ਹੈਗਾ। ਇਹਦੇ ਨਾਲ ਬੰਦੇ ਨੂੰ ਲੱਗਦਾ ਹੈ ਕਿ ਹੁਣ ਕਿਉਂ ਨਹੀਂ ਕਿਸਾਨ ਕਰ ਰਹੇ, ਕਰਨਾ ਚਾਹੀਦਾ ਹੈ, ਠੀਕ ਹੈ ਨਾ। ਸੋ ਇਹ ਅੱਛੇ ਕਦਮ ਇਨਸੈਂਟਿਵਾਈਜ਼ ਕਰਕੇ ਨਾਲ ਕੰਮ ਜਿਹੜਾ ਉਹ ਠੀਕ ਹੋ ਸਕਦਾ ਹੈ, ਤੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਫਾਇਦਾ ਵੀ ਹੋਏਗਾ। ਪ੍ਰੋਫੈਸਰ, ਮੇਰਾ ਆਖਰੀ ਸਵਾਲ ਹੈ ਕਿ ਇੱਕ ਤਾਂ ਗੁਲਾਬੀ ਸੁੰਡੀ ਨੇ ਮਾਰ ਲਏ ਕਿਸਾਨ, ਫਿਰ ਉਸ ਤੋਂ ਬਾਅਦ ਹੁਣ ਦਾਣਾ ਸੁੰਗੜ ਗਿਆ, ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ, ਉਹ ਰੁਕਣ ਦਾ ਨਾਮ ਨਹੀਂ ਲੈਂਦੀਆਂ, ਉਹਦਾ ਹੱਲ ਵੀ ਕੋਈ ਨਜ਼ਰ ਨਹੀਂ ਆਉਂਦਾ, ਨਾ ਉਹਨਾਂ ਨੂੰ ਹੱਲ ਨਜ਼ਰ ਆਉਂਦਾ, ਨਾ ਸਰਕਾਰ ਨੂੰ, ਕਿਉਂਕਿ ਪੈਸਾ ਹੈ ਨਹੀਂ। ਤੇ ਹੁਣ ਜਿਹੜਾ ਕਣਕ ਦੀ ਬਰਾਮਦ ਉੱਤੇ ਰੋਕ ਲੱਗੀ ਹੈ, ਇਹਨੂੰ ਲੈ ਕੇ ਵੀ ਬੜੇ ਤਰ੍ਹਾਂ ਦੀ ਦੁਚਿੱਤੀ ਆ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਹੈ ਜਾਂ ਕਿਸਾਨਾਂ ਦੇ ਖਿਲਾਫ ਜਾਂਦਾ ਹੈ। ਮੁੱਖ ਮੰਤਰੀ ਸਾਹਿਬ ਇਸ ਫੈਸਲੇ ਦਾ ਸਵਾਗਤ ਕਰ ਰਹੇ ਨੇ, ਪਰ ਸੁਖਬੀਰ ਬਾਦਲ ਸਵਾਲ ਚੁੱਕਦੇ ਨੇ। ਨਾਲੋਂ ਨਾਲ ਇਹ ਗੱਲ ਕਿਸਾਨਾਂ ਨਾਲ ਵੀ, ਆਮ ਲੋਕਾਂ ਨਾਲ ਵੀ ਜੁੜਦੀ ਹੈ ਕਿ ਆਟਾ ਮਹਿੰਗਾ ਹੋਣਾ ਹੈ, ਆਟੇ ਦੇ ਮਤਲਬ ਕਿ ਮਹਿੰਗਾਈ ਵਧਣੀ ਹੈ ਜਾਂ ਘਟਣੀ ਹੈ। ਜੇ ਕਿਸਾਨੀ ਦੇ ਉੱਤੇ ਸੰਕਟ ਆਉਂਦਾ ਤਾਂ ਜਿਹੜੀ ਆਮ ਲੋਕਾਂ ਦੇ ਉੱਤੇ ਵੀ ਆਏਗਾ, ਕਿਉਂਕਿ ਉਹੀ ਬੀਜਿਆ ਤੇ ਉਹਨਾਂ ਨੇ ਹੀ ਖਾਣਾ। ਮੈਨੂੰ ਲੱਗਦਾ ਕਿ ਇਹ ਕਾਫੀ ਪੇਚੀਦਾ ਮਸਲਾ ਹੈ, ਤੇ ਆਮ ਤੌਰ ਤੇ ਸਰਕਾਰਾਂ ਇਹ ਕਰਦੀਆਂ ਨੇ ਕਿ ਜਦੋਂ ਤਾਂ ਫਸਲ ਕਿਸਾਨ ਦੇ ਕੋਲ ਹੁੰਦੀ ਹੈ ਉਦੋਂ ਹੋਰ ਨੀਤੀ ਹੁੰਦੀ ਹੈ, ਤੇ ਜਦੋਂ ਕਿਸਾਨ ਵੇਚ ਦਿੰਦਾ ਉਦੋਂ ਹੋਰ ਨੀਤੀ ਹੁੰਦੀ ਹੈ। ਇਸ ਵਾਰੀ ਕਣਕ ਦੀ ਖਰੀਦ ਪ੍ਰਾਈਵੇਟ ਕੰਪਨੀਆਂ ਵੱਲੋਂ, ਵਪਾਰੀਆਂ ਵੱਲੋਂ ਕਾਫੀ ਹੋਈ ਹੈ, ਔਰ ਸ਼ਾਇਦ ਸਰਕਾਰ ਨੂੰ ਇਹ ਲੱਗਦਾ ਸੀ ਕਿ ਕਿਤੇ ਹੋਰਡਿੰਗ ਨਾ ਕਰ ਲੈਣ, ਐਕਸਪੋਰਟ ਕਰਨਗੇ। ਔਰ ਦੂਜੇ ਪਾਸੇ ਅਨਾਜ ਸੁਰੱਖਿਆ ਦਾ ਵੀ ਡਰ ਹੈ ਕਿ ਅਨਾਜ ਦੀ ਅਸੁਰੱਖਿਆ ਨਾ ਹੋਵੇ। UNO ਵੱਲੋਂ ਵੀ ਸਟੱਡੀ ਹੈ, ਔਰ ਯੂਕਰੇਨ ਜਿਹੜਾ ਰਸ਼ੀਆ ਦੀ ਲੜਾਈ ਹੈ ਉਹਦੇ ਕਰਕੇ ਵੀ ਪ੍ਰੋਬਲਮਸ ਜਿਹੜੀਆਂ ਨੇ ਆ ਸਕਦੀਆਂ ਨੇ, ਤੇ ਸਰਕਾਰ ਨੇ ਸ਼ਾਇਦ ਇਸ ਕਰਕੇ ਕਦਮ ਚੁੱਕਿਆ ਕਿ ਅਸੀਂ ਜਿਹੜਾ ਹੈ ਉਹ ਐਕਸਪੋਰਟ ਤੇ ਬੈਨ ਕਰ ਦਿੰਦੇ ਹਾਂ। ਬੈਨ ਕਰਨ ਦਾ ਜਿਹੜਾ ਨਫਾ ਨੁਕਸਾਨ ਹੈ ਕਿ ਫਾਰਮਰ ਨੂੰ ਤਾਂ ਜਿਹਦੇ ਕੋਲ ਸਰਪਲਸ ਹੈ ਔਰ ਜਿਹਨੇ ਅਜੇ ਵੇਚੀ ਨਹੀਂ ਹੈ ਉਹਨੂੰ ਨੁਕਸਾਨ ਹੋਏਗਾ, ਕਿਉਂਕਿ ਜਿਹਨੇ ਵੇਚ ਦਿੱਤੀ ਉਹਨੇ ਤਾਂ MSP ਤੇ ਵੇਚ ਦਿੱਤੀ, ਉਹਨੂੰ ਤਾਂ ਨਾ ਕੋਈ ਨਫਾ ਹੈ ਨਾ ਨੁਕਸਾਨ ਹੈ। ਪਰ ਜਿਹੜੇ ਕਿਸਾਨ ਨੇ ਅਜੇ ਆਪਣੇ ਕੋਲ ਰਿਟੇਨ ਕੀਤੀ ਹੈ, ਘਰ ਰੱਖੀ ਹੈ ਕਣਕ ਜਾਂ ਕਿਤੇ ਹੋਰ ਸਟੋਰ ਕੀਤੀ ਹੈ, ਉਹਨੂੰ ਇਸ ਦਾ ਨੁਕਸਾਨ ਹੋਏਗਾ ਕਿ ਜਿਹੜੇ ਉਹਨੇ ਇਸ ਉਮੀਦ 'ਚ ਰੱਖੀ ਸੀ ਕਿ ਆਉਣ ਵਾਲੇ ਸਮੇਂ 'ਚ ਕੀਮਤਾਂ ਵਧਣਗੀਆਂ। ਇੱਕ ਇਹ ਤਾਂ ਕਿਸਾਨ ਦਾ, ਕੰਪਨੀਆਂ ਨੂੰ ਵੀ ਇਸ ਦਾ ਨੁਕਸਾਨ ਹੋਏਗਾ। ਜਿਨ੍ਹਾਂ ਕੰਪਨੀਆਂ ਨੇ ਇਸ ਉਮੀਦ 'ਚ ਕੀਤੀ ਕਿ ਅਸੀਂ ਅੰਤਰਰਾਸ਼ਟਰੀ ਮਾਰਕੀਟ 'ਚ ਜ਼ਿਆਦਾ ਵੇਚ ਦਿਆਂਗੇ, ਉਹਨਾਂ ਨੂੰ ਵੀ ਨੁਕਸਾਨ ਹੈ। ਪਰ ਜਿਹਨਾਂ ਕੰਪਨੀਆਂ ਨੇ ਖਰੀਦੀ ਹੈ, ਕਿਉਂਕਿ ਇਸ ਵਾਰੀ ਝਾੜ ਘਟਿਆ ਹੈ, ਪ੍ਰੋਕਿਉਰਮੈਂਟ ਵੀ ਘੱਟ ਹੋਈ ਹੈ, ਤਾਂ ਇਹ ਅੰਦਰੂਨੀ ਜਿਹੜੀ ਦੇਸ਼ ਦੇ ਅੰਦਰ ਕੰਜੰਪਸ਼ਨ ਹੈ ਆਟੇ ਦੀ, ਉਹਦੇ ਵੀ ਕੀਮਤਾਂ ਜਿਹੜੀਆਂ ਉਹ ਵਧਣਗੀਆਂ। ਤੇ ਹੋ ਸਕਦਾ ਹੈ ਕਿ ਇਹ ਐਕਸਪੋਰਟ ਬੈਨ ਕਰਨ ਨਾਲ ਉਸ 'ਤੇ ਥੋੜ੍ਹਾ ਚੈੱਕ ਲੱਗੇ। ਤੇ RBI ਨੇ ਵੀ ਪਿਛਲੇ ਸਮੇਂ 'ਚ ਜਿਹੜਾ ਰੈਪੋ ਰੇਟ ਤੇ ਰਿਵਰਸ ਰੈਪੋ ਰੇਟ ਵਧਾਇਆ ਹੈ, ਉਹਦਾ ਵੀ ਕਾਰਨ ਇਹ ਹੈ ਕਿ ਮੋਨਿਟਰੀ ਪਾਲਿਸੀ ਰਾਹੀਂ ਇਨਫਲੇਸ਼ਨ, ਜਿਹੜਾ ਫੂਡ ਇਨਫਲੇਸ਼ਨ ਕਾਫੀ ਜ਼ਿਆਦਾ ਹੈ। ਪਰ ਦੂਜੇ ਪਾਸੇ ਸਰਕਾਰ ਇਹ ਨਹੀਂ ਦੇਖ ਰਹੀ ਕਿ ਫੂਡ ਇਨਫਲੇਸ਼ਨ ਤੇਲ ਦੀਆਂ ਕੀਮਤਾਂ ਕਰਕੇ ਵੀ ਜ਼ਿਆਦਾ ਹੋ ਰਿਹਾ ਹੈਗਾ, ਉਹ ਵੀ ਚੈੱਕ ਕਰਨ ਦੀ ਲੋੜ ਹੈ। ਸੋ ਕਿਉਂਕਿ ਇਹਦੇ ਵਿੱਚ ਕਾਫੀ ਤੇਲ ਦਾ ਖਰਚਾ ਵੀ ਹੈ, ਇਨਵੋਲਵਡ ਹੈ। ਸੋ ਮੈਨੂੰ ਲੱਗਦਾ ਕਿ ਇਹ ਇੰਨਾ ਸਿੱਧਾ ਮਸਲਾ ਨਹੀਂ ਹੈ। ਸਰਕਾਰ ਨੇ ਜੇ ਕੀਤਾ ਤਾਂ ਇਹਦੇ ਨਫਾ ਵੀ ਇਹ ਹੋਏਗਾ, ਨੁਕਸਾਨ ਵੀ ਹੋਏਗਾ। ਕੁਛ ਜਿਹੜੇ ਸੈਕਸ਼ਨ ਨੇ ਉਹਨਾਂ ਨੂੰ ਇਹਦਾ ਨੁਕਸਾਨ ਹੋਏਗਾ, ਕੁਛ ਸੈਕਸ਼ਨਸ ਨੂੰ ਇਹਦਾ ਫਾਇਦਾ ਵੀ ਹੋਏਗਾ। ਜਿਵੇਂ ਕੀਮਤਾਂ ਜੇ ਬਹੁਤ ਨਹੀਂ ਚੜ੍ਹਦੀਆਂ ਆਟੇ ਦੀਆਂ ਜਾਂ ਕਣਕ ਦੀਆਂ, ਤਾਂ ਉਹ
ਜਿਹੜਾ ਉਹ ਭੋਗੀ ਜਿਹੜੇ ਹੈ, ਖਾਸ ਕਰਕੇ ਗਰੀਬ ਵਰਗ ਜਿਹੜਾ ਹੈ, ਉਹਨਾਂ ਨੂੰ ਕਾਫੀ ਜਿਹੜਾ ਫਾਇਦਾ ਹੋਏਗਾ ਇਸ ਦਾ, ਤਾਂ ਕਿ ਉਹ ਉਹਨਾਂ ਦੀ ਪਹੁੰਚ ਰਹਿਣ। ਤੇ ਨਾਲ ਸਰਕਾਰ ਦੀ ਜਿਹੜੀ ਹੈ ਜਿਹੜੀ ਸਬਸਿਡੀ ਹੈ, ਫੂਡ ਸਬਸਿਡੀ, ਉਹ ਵੀ ਘਟੇਗੀ ਇਸ ਨਾਲ, ਜਾਂ ਘਟੇਗੀ ਨਹੀਂ ਤਾਂ ਵਧੇਗੀ ਨਹੀਂ, ਘੱਟੋ ਘੱਟ ਘਟੇਗੀ ਨਹੀਂ, ਘਟਣੀ ਤਾਂ ਕੀ ਹੈ, ਵਧੇਗੀ ਨਹੀਂ। ਸੋ ਇਹ ਕਈ ਐਂਗਲ ਨੇ ਇਹਦੇ, ਤੇ ਉਸ ਐਂਗਲ ਤੋਂ ਹੀ ਇਹਨਾਂ ਨੂੰ ਦੇਖਣ ਦੀ ਲੋੜ ਹੈ। ਤੇ ਵੈਸੇ ਮੈਂ ਇਹ ਕਹਿਣਾ ਚਾਹਾਂਗਾ ਕਿ ਪੰਜਾਬ ਦੀ ਕਿਸਾਨੀ ਤੇ ਖੇਤੀ ਜਿਹੜੀ ਹੈ, ਤੇ ਪੂਰੇ ਹਿੰਦੁਸਤਾਨ ਦੀ ਖੇਤੀ ਜਿਹੜੀ ਹੈ, ਉਹ ਇਸ ਵੇਲੇ ਕਾਫੀ ਕ੍ਰਾਈਸਿਸ 'ਚ ਹੈ। ਇਸੇ ਲਈ ਤੁਸੀਂ ਜਿਵੇਂ ਜ਼ਿਕਰ ਕੀਤਾ ਹੈ ਕਿ ਕਿਸਾਨਾਂ ਦੀ ਜਿਹੜੀ ਆਤਮ ਹੱਤਿਆਵਾਂ ਨੇ ਉਹ ਰੁਕ ਨਹੀਂ ਰਹੀਆਂ, ਮਜ਼ਦੂਰ ਖੇਤੀ ਨਾਲ ਜੁੜੇ ਆਤਮ ਹੱਤਿਆਵਾਂ ਕਰ ਰਹੇ ਨੇ। ਉਹਦਾ ਵੱਡਾ ਕਾਰਨ ਇਹ ਹੈ ਕਿ ਖੇਤੀ ਤੋਂ ਆਮਦਨ ਘਟ ਰਹੀ ਹੈ, ਖੇਤੀ 'ਚ ਰੁਜ਼ਗਾਰ ਘਟ ਰਿਹਾ ਹੈ। ਤੇ ਜਿੰਨਾ ਚਿਰ ਤੱਕ ਖੇਤੀ ਦੇ ਵਿੱਚੋਂ ਅੱਜ ਵੀ ਅੰਕੜੇ ਆਏ ਸੀ ਕਿ ਪਿਛਲੇ ਸਾਲ ਨਾਲੋਂ ਤੁਹਾਡੀ ਖੇਤੀ 'ਚੋਂ ਇੰਨੇ ਰੁਜ਼ਗਾਰ ਘਟ ਗਿਆ ਹੈਗਾ, ਅੱਜ ਦੇ ਪੇਪਰਾਂ 'ਚ ਹੀ ਹੈਗਾ, CMIE ਦਾ ਡੇਟਾ ਹੈਗਾ। ਉਸ ਨੂੰ ਕਿਵੇਂ ਕਰਨਾ ਹੈ, ਤੇ ਕਿਸਾਨੀ ਨੂੰ ਖੇਤੀ 'ਚ ਰੱਖ ਕੇ ਲਾਹੇਵੰਦ ਕਿਵੇਂ ਬਣਾਉਣ, ਇਹ ਦੋ ਵੱਡੇ ਮਸਲੇ ਨੇ। ਔਰ ਰੁਜ਼ਗਾਰ ਜਿਹੜਾ ਹੈ ਗੈਰ ਖੇਤੀ ਖੇਤਰ 'ਚ, ਪੇਂਡੂ ਏਰੀਏ 'ਚ ਕਿਵੇਂ ਕਰਨਾ ਹੈ, ਉਹ ਤਾਂ ਹੀ ਹੋ ਸਕਦਾ ਹੈ ਜੇ ਜਿਹੜੀਆਂ ਐਗਰੋ ਪ੍ਰੋਸੈਸਿੰਗ ਇੰਡਸਟਰੀ ਜਿਹੜੀਆਂ ਲਾਈਆਂ ਜਾਣ, ਤੇ ਜਿਹੜੇ ਵਰਕਰ ਸਾਡੇ ਜਿਹੜੇ ਖੇਤੀ ਤੋਂ ਸਰਪਲਸ ਹੋ ਰਹੇ ਨੇ, ਜਾਂ ਉਹਨਾਂ ਨੂੰ ਰੁਜ਼ਗਾਰ ਪੂਰਾ ਸਾਲ ਨਹੀਂ ਮਿਲਦਾ, ਉਹਨਾਂ ਨੂੰ ਰੀਸਕਿਲਿੰਗ ਕਰਕੇ ਪੂਰਾ ਸਾਲ ਰੁਜ਼ਗਾਰ ਕਿਵੇਂ ਦੇਣਾ, ਇਹ ਵੱਡੇ ਮਸਲੇ ਨੇ। ਤੇ ਇਹਨਾਂ ਬਾਰੇ ਮੈਨੂੰ ਲੱਗਦਾ ਕਿ ਸਰਕਾਰਾਂ ਨੂੰ ਪੈਚ ਵਰਕ ਨਹੀਂ, ਇੱਕ ਪ੍ਰੋਪਰ ਨੀਤੀਆਂ ਬਣਾਉਣ ਦੀ ਲੋੜ ਹੈ। ਅਜੇ ਤੱਕ ਤਾਂ ਖੇਤੀ ਨੀਤੀ ਵੀ ਪੰਜਾਬ ਸਰਕਾਰ ਕੋਲੇ ਹੈ ਨਹੀਂ ਗੀ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਥੈਂਕ ਯੂ ਜੀ।